ਡਾਈਟ ਜਿਹੜੀ ਹੈ ਪਸ਼ੂਆਂ ਦੇ ਲਈ ਵੀ ਤਾਂ ਕੁਝ ਖਾਸ ਹੋਗੀ, ਕਿਉਂਕਿ ਗਰਮੀਆਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਵੀ ਸ਼ਾਇਦ ਸਾਡੀ ਬਾਡੀ ਵਾਂਗ ਉਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਹੁੰਦੀ। ਸੋ ਉਹ ਕਿਹੜੀ ਡਾਈਟ ਹੈ ਜਿਹੜੀ ਸਾਨੂੰ ਪਸ਼ੂਆਂ ਨੂੰ ਮੌਸਮ ਦੇ ਹਿਸਾਬ ਨਾਲ ਦੇਣੀ ਚਾਹੀਦੀ? ਜਿਹੜਾ ਪਾਣੀ ਆ ਉਹ ਅਬੰਡੈਂਟ ਮਤਲਬ ਪਸ਼ੂ ਨੂੰ ਮਿਲਣਾ ਚਾਹੀਦਾ, ਜਦੋਂ ਉਹਦੀ ਮਰਜ਼ੀ ਹੋਵੇ ਉਹ ਪਾਣੀ ਪੀ ਲਵੇ। ਇਸ ਤਰ੍ਹਾਂ ਦੀ ਮੈਨੇਜਮੈਂਟ ਕਰਨੀ ਚਾਹੀਦੀ ਹੈ। ਖੁੱਲ੍ਹਾ ਹਰਾ ਚਾਰਾ ਮਤਲਬ ਜਿਹੜਾ ਇੱਕ ਐਨੀਮਲ ਨਾਰਮਲ ਪ੍ਰੋਡਕਸ਼ਨ ਦੇ ਰਿਹਾ ਉਹਨੂੰ 35 ਤੋਂ 50 ਕਿਲੋ ਜਿਸ ਤਰ੍ਹਾਂ ਦੀ ਵੀ ਜ਼ਿਮੀਦਾਰ ਕੋਲ ਅਵੇਲੇਬਿਲਿਟੀ ਹੋਵੇ, ਖੁੱਲ੍ਹਾ ਹਰਾ ਚਾਰਾ ਮੌਸਮ ਦੇ ਹਿਸਾਬ ਨਾਲ ਉਹ ਦੇਣਾ ਚਾਹੀਦਾ। ਬਿਮਾਰੀਆਂ ਕਿਹੜੀਆਂ ਆਮ ਜਿਹੜੀਆਂ ਨੇ ਦੁਧਾਰੂ ਪਸ਼ੂਆਂ 'ਚ ਦੇਖੀਆਂ ਜਾਂਦੀਆਂ ਨੇ, ਔਰ ਬਿਮਾਰੀਆਂ ਦੇ ਕਿਹੜੇ ਸਿੰਪਟਮਸ ਹੁੰਦੇ ਨੇ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਹੀ ਫੜੀਆਂ ਜਾਣ? ਪਹਿਲਾ ਅਲਾਮਤ ਇਹ ਹੁੰਦੀ ਆ, ਪਹਿਲਾ ਸਾਈਨ ਇਹ ਹੁੰਦਾ ਬਿਮਾਰੀ ਦੀ ਕੰਡੀਸ਼ਨ 'ਚ ਪਸ਼ੂ ਆਫ ਫੀਡ ਹੋ ਜਾਂਦਾ, ਪੱਠੇ ਛੱਡ ਜਾਂਦਾ। ਪੱਠੇ ਛੱਡ ਗਿਆ, ਪਹਿਲਾ ਕਾਰਨ ਤੁਹਾਨੂੰ ਇਹ ਪਤਾ ਲੱਗ ਗਿਆ। ਦੂਜਾ ਕਾਰਨ ਉਹਦੀ ਪ੍ਰੋਡਕਸ਼ਨ ਘੱਟ ਗਈ। ਕਿ ਜਾਨਵਰਾਂ ਦੇ ਵਿੱਚ ਕਿਸ ਟਾਈਪ ਦੀਆਂ ਵੈਕਸੀਨੇਸ਼ਨਸ ਜਿਹੜੀਆਂ ਨੇ ਉਹ ਲੈ ਲੈਣੀਆਂ ਚਾਹੀਦੀਆਂ ਨੇ? ਦੋ ਤਰ੍ਹਾਂ ਦੀ ਵੈਕਸੀਨ ਸਾਡੇ ਚੱਲਦੀ ਆ। FMD ਜਿਹਨੂੰ ਆਪਾਂ ਮੂੰਹ ਖੁਰ ਕਹਿੰਦੇ, ਹਿੰਦੀ 'ਚ ਖੁਰਪਕਾ ਕਹਿੰਦੇ ਆ, ਪੰਜਾਬੀ 'ਚ ਮੂੰਹ ਖੁਰ ਕਹਿੰਦੇ ਆ। ਇਹਦੇ ਨਾਲ ਪਸ਼ੂ ਦੇ ਗਲ 'ਤੇ ਸੋਜ ਆ ਜਾਂਦੀ ਆ, ਬੁਖਾਰ ਚੜ੍ਹ ਜਾਂਦਾ, ਹਾਈ ਰਾਈਜ਼ ਆਫ ਟੈਂਪਰੇਚਰ ਹੋ ਜਾਂਦਾ, ਔਰ ਆਪਾਂ ਨੂੰ ਇਲਾਜ ਕਰਨ ਦਾ ਮੌਕਾ ਵੀ ਨਹੀਂ ਮਿਲਦਾ, ਪਸ਼ੂ ਉੱਥੇ ਹੀ ਖਤਮ ਹੋ ਜਾਂਦਾ। ਸਤਿ ਸ਼੍ਰੀ ਅਕਾਲ। TV ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਦੋਸਤੋ, ਜਦੋਂ ਵੀ ਸਾਡੀ ਸਿਹਤ ਸੰਬੰਧੀ ਕੁਝ ਪਰੇਸ਼ਾਨੀਆਂ ਅਸੀਂ ਜਿਹੜਾ ਫੇਸ ਕਰਦੇ ਹਾਂ ਤਾਂ ਸਾਡੇ ਲਈ ਦੁੱਧ, ਦਹੀਂ ਜਾਂ ਫਿਰ ਮੱਖਣ, ਮਲਾਈਆਂ ਅਜਿਹੀਆਂ ਸਾਨੂੰ ਸਲਾਹਾਂ ਦਿੱਤੀਆਂ ਜਾਂਦੀਆਂ ਨੇ ਕਿ ਸਿਹਤ ਬਣਾਉਣੀ ਹੈ ਤਾਂ ਇਹਨਾਂ ਚੀਜ਼ਾਂ ਦਾ ਜਿਹੜਾ ਅਸੀਂ ਇਸਤੇਮਾਲ ਕਰੀਏ। ਪਰ ਕਦੀ ਗੌਰ ਕੀਤੀ ਕਿ ਜਿਹੜੇ ਦੁਧਾਰੂ ਪਸ਼ੂ ਹੁੰਦੇ ਉਹਨਾਂ ਦੀ ਸਿਹਤ ਦਾ ਵੀ ਸਾਨੂੰ ਖਾਸ ਧਿਆਨ ਜਿਹੜਾ ਹੈ ਉਹ ਰੱਖਣਾ ਪੈਣਾ ਹੈ। ਸੋ ਇਸੇ ਸਭ ਦੀ ਜਾਣਕਾਰੀ ਲੈਣ ਦੇ ਲਈ ਅਸੀਂ ADAH ਉਹਨਾਂ ਕੋਲ ਅਨਿਲ ਕੁਮਾਰ ਉਹਨਾਂ ਤੋਂ ਪਹੁੰਚੇ ਨੇ। ਡਾਕਟਰ ਸਾਹਿਬ ਸਾਡੇ ਮੌਜੂਦ ਨੇ। ਡਾਕਟਰ ਸਾਹਿਬ ਦਾ ਬਹੁਤ-ਬਹੁਤ ਸਵਾਗਤ ਕਰ ਲੈਂਦੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਤੁਹਾਡਾ ਬਹੁਤ-ਬਹੁਤ। ਸੋ ਡਾਕਟਰ ਸਾਹਿਬ ਦੇ ਕੋਲੋਂ ਅੱਜ ਅਸੀਂ ਪੂਰੀ ਜਾਣਕਾਰੀ ਲਵਾਂਗੇ ਦੁਧਾਰੂ ਪਸ਼ੂਆਂ ਬਾਰੇ। ਸੋ ਗਰਮੀਆਂ ਦਾ ਮੌਸਮ ਹੈ, ਸਭ ਤੋਂ ਪਹਿਲਾਂ ਗਰਮੀਆਂ ਦੇ ਮੌਸਮ ਦੇ ਵਿੱਚ ਜਿਹੜੇ ਦੁਧਾਰੂ ਪਸ਼ੂ ਹੁੰਦੇ ਨੇ ਇਹਨਾਂ ਦੀ ਦੇਖਭਾਲ ਅਸੀਂ ਕਿਵੇਂ ਕਰ ਸਕਦੇ ਹਾਂ, ਉਸ ਸੰਬੰਧੀ ਜਿਹੜੀ ਜਾਣਕਾਰੀ ਅਸੀਂ ਦਰਸ਼ਕਾਂ ਦੇ ਰੂਬਰੂ ਕਰ ਲਈਏ। ਹਾਂਜੀ ਮੈਮ, ਤੁਸੀਂ ਜਿਹੜਾ ਸਵਾਲ ਪੁੱਛਿਆ, ਮੌਸਮ 'ਚ ਇੱਕਦਮ ਤਬਦੀਲੀ ਆਈ ਹੈ, ਇੱਕਦਮ ਬਹੁਤ ਗਰਮੀ ਹੋ ਗਈ ਹੈ। ਹਰ ਸਾਲ ਹੀ ਜਿੱਦਾਂ ਆਪਣੇ ਪੰਜਾਬ ਵਿੱਚ 2-3 ਤਰ੍ਹਾਂ ਦੇ ਮੌਸਮ ਆਉਂਦੇ ਨੇ। ਅੱਤ ਦੀ ਗਰਮੀ ਹੁੰਦੀ ਹੈ, ਅੱਤ ਦੀ ਸਰਦੀ ਹੁੰਦੀ ਹੈ, ਫਿਰ ਬਰਸਾਤਾਂ, ਧੁੰਦਾਂ ਦਾ ਮੌਸਮ ਹੈ। ਜਿੱਦਾਂ ਅੱਜ ਕੱਲ੍ਹ ਹੁਣ ਅੱਤ ਦੀ ਗਰਮੀ ਪੈ ਰਹੀ ਹੈ, ਇਹਦੇ ਵਿੱਚ ਜਿਹੜੇ ਦੁਧਾਰੂ ਪਸ਼ੂ ਆ ਉਹਨਾਂ ਨੂੰ ਵੀ ਇੱਕ ਵੱਖਰੀ ਤਰ੍ਹਾਂ ਦੀ ਸੰਭਾਲ ਦੀ ਲੋੜ ਹੁੰਦੀ ਹੈ, ਕਿਉਂਕਿ ਜਿਸ ਤਰ੍ਹਾਂ ਪਸ਼ੂ ਦੀ ਜਿਹੜੀ ਬਾਡੀ ਹੈ ਉਹ ਆਲਮੋਸਟ ਐਕਸਪੋਜ਼ਰ ਰਹਿੰਦਾ ਉਹਨਾਂ ਨੂੰ ਡਾਇਰੈਕਟ ਸਨਲਾਈਟ 'ਤੇ। ਜੇ ਕਿਸੇ ਨੇ ਸ਼ੈਡਸ ਵਿੱਚ ਆਪਣੇ ਜਾਨਵਰ ਰੱਖੇ ਨੇ ਤਾਂ ਵੀ ਉੱਥੇ ਸਨਲਾਈਟ ਆਉਂਦੀ ਹੈ। ਇਸ ਤਰ੍ਹਾਂ ਬਣਾਇਆ ਹੁੰਦਾ ਕਿ ਸਰਦੀਆਂ ਨੂੰ ਉੱਥੇ ਧੁੱਪ ਵੀ ਆਵੇ, ਅਤੇ ਧੁੱਪ ਨੈਚੁਰਲੀ ਫਿਰ ਉਹ ਗਰਮੀਆਂ 'ਚ ਵੀ ਆਊਗੀ। ਜਿਹੜਾ ਪਸ਼ੂ ਦਾ ਬਾਡੀ ਟੈਂਪਰੇਚਰ ਹੈ ਉਹ ਮੇਨਟੇਨ ਰਹਿਣਾ ਚਾਹੀਦਾ ਤਾਂ ਕਿ ਉਹ ਜਿਹੜਾ ਸਟਰੈਸ ਵਿੱਚ ਨਾ ਆਵੇ, ਨਾਰਮਲ ਬਾਡੀ ਟੈਂਪਰੇਚਰ 'ਤੇ ਮੇਨਟੇਨ ਰਵੇ। ਇਫ ਦੀ ਐਨੀਮਲ ਕਮਸ ਇਨਟੂ ਸਟਰੈਸ, ਹੀਟ ਸਟਰੈਸ ਜਿਹਨੂੰ ਆਪਾਂ ਕਹਿੰਦੇ ਹਾਂ, ਹੀਟ ਸਟਰੈਸ ਦੇ ਕਾਰਨ ਉਹਦੇ 'ਤੇ ਸਭ ਨਾਲ ਜਿਹੜੀ ਪਹਿਲੀ ਅਸਰ ਪੈਂਦਾ ਉਹਦਾ ਉਹ ਪ੍ਰੋਡਕਸ਼ਨ 'ਤੇ ਹੀ ਪੈਂਦਾ। ਜਿੱਦਾਂ ਆਪਾਂ ਮੋਸਟਲੀ ਗੱਲ ਤੁਸੀਂ ਕੀਤੀ ਦੁੱਧ, ਦਹੀਂ ਦੀ, ਦੁੱਧ ਤੋਂ ਹੀ ਸਾਰੇ ਪਦਾਰਥ ਬਣਦੇ ਨੇ, ਦੁੱਧ ਤੋਂ ਹੀ ਸਟਾਰਟ ਹੁੰਦਾ, ਦਹੀਂ, ਮੱਖਣ, ਮਲਾਈ, ਘਿਓ ਜੋ ਵੀ ਆਪਾਂ ਵਰਤੋਂ 'ਚ ਲਿਆਉਂਦੇ ਹਾਂ, ਇਹਦੇ 'ਚ ਦੁੱਧ ਤੋਂ ਹੀ ਸਟਾਰਟ ਹੁੰਦਾ। ਦੁੱਧ ਜਿਹੜਾ ਦੁੱਧ ਦੀ ਪੈਦਾਵਾਰ ਜੇ ਬਾਡੀ 'ਚ ਸਟਰੈਸ ਰਹੇਗਾ ਐਨੀਮਲ ਦੇ ਤਾਂ ਨੈਚੁਰਲੀ ਉਹ ਘਟ ਜਾਏਗੀ। ਜੇ ਸਟਰੈਸਫੁਲ ਕੰਡੀਸ਼ਨ ਤੋਂ ਆਪਾਂ ਉਹਨੂੰ ਰਿਲੀਵ ਕਰਦੇ ਹਾਂ, ਉਹਨੂੰ ਆਪਾਂ ਜਿੱਦਾਂ ਆਪਾਂ ਗਰਮੀਆਂ 'ਚ ਆਪਾਂ ਸਟਾਰਟ 'ਚ ਪੱਖੇ ਲਗਾਉਂਦੇ ਹਾਂ, ਫਿਰ ਕੂਲਰ ਲਗਾਉਂਦੇ ਹਾਂ, ਫਿਰ AC ਲਗਾਉਂਦੇ ਹਾਂ ਤਾਂ ਕਿ ਆਪਣਾ ਬਾਡੀ ਟੈਂਪਰੇਚਰ ਮੇਨਟੇਨ ਰਵੇ, ਕੰਫਰਟ ਜ਼ੋਨ 'ਚ ਆਪਾਂ ਵਧੀਆ ਕੰਮ ਕਰ ਸਕੀਏ। ਇਸੇ ਤਰ੍ਹਾਂ ਹੀ ਜਿਹੜੇ ਐਨੀਮਲਸ ਨੇ ਉਹਨਾਂ ਨੂੰ ਵੀ ਜਦੋਂ ਆਪਾਂ ਉਹਨਾਂ ਦੇ ਬਾਡੀ ਟੈਂਪਰੇਚਰ ਮੇਨਟੇਨ ਕਰਨ ਦੀ ਹਾਲਾਤ ਆਪਾਂ ਪੈਦਾ ਕਰਾਂਗੇ, ਬੀ ਇਟ ਉਹ ਹਵਾਦਾਰ ਰੁੱਖ ਹੋਣ ਸ਼ੈੱਡ ਦੇ ਆਲੇ ਦੁਆਲੇ, ਚਾਹੇ ਉਹ ਜਿਹੜੇ ਐਡਵਾਂਸ ਫਾਰਮਰਸ ਨੇ ਜਿਹੜੇ ਆਰਗੇਨਾਈਜ਼ਡ ਡੇਅਰੀ ਫਾਰਮ ਦਾ ਕੰਮ ਕਰਦੇ ਨੇ, ਉਹ ਇਹਨਾਂ ਦਿਨਾਂ 'ਚ ਸਪ੍ਰਿੰਕਲਰ ਲਗਾਉਂਦੇ ਨੇ, ਕੂਲਰ ਲਗਾਉਂਦੇ ਨੇ, ਵਾਟਰ ਸਪ੍ਰਿੰਕਲਰ ਲਗਾਉਂਦੇ ਨੇ ਤਾਂ ਜੋ ਜਿਹੜਾ ਸ਼ੈੱਡ ਦਾ ਜਿਹੜਾ ਟੈਂਪਰੇਚਰ ਹੈ ਉਹ ਬਾਹਰ ਦੇ ਟੈਂਪਰੇਚਰ ਨਾਲੋਂ ਵੱਖਰਾ ਮੇਨਟੇਨ ਰਵੇ ਤਾਂ ਕਿ ਉੱਥੇ ਪਸ਼ੂ ਠੰਡਕ ਮਹਿਸੂਸ ਕਰ ਸਕੇ ਔਰ ਆਪਣਾ ਜਿਹੜਾ ਉਹਦਾ ਜਿਹੜਾ ਸਟਰੈਸ ਹੈ ਐਨੀਮਲ ਜਿਹੜਾ ਉਹ ਬਜਾਏ ਇਸ ਦੇ ਜਿਹੜਾ ਕੁਦਰਤੀ ਟੈਂਪਰੇਚਰ ਵਧਿਆ ਆ ਉਹਨੂੰ ਨਾਲ ਲੜਨ ਦੀ ਬਜਾਏ ਉਹ ਜਿਹੜਾ ਉਹਨੂੰ ਆਟੋਮੈਟਿਕ ਮਾਹੌਲ ਤਿਆਰ ਕਰਕੇ ਦੇ ਦਿੱਤਾ ਜਾਵੇ ਤਾਂ ਕਿ ਉਹਦਾ ਜਿਹੜਾ ਬਾਡੀ ਦਾ ਸਾਰਾ ਮੈਟਾਬੋਲਿਜ਼ਮ ਆ ਦੈਟ ਪ੍ਰੋਡਕਸ਼ਨ ਵੱਲ ਜਾਵੇ, ਨਾ ਕਿ ਉਹ ਸਟਰੈਸ ਨਾਲ ਲੜਨ ਵਾਸਤੇ ਜਾਵੇ। ਇਸ ਕਰਕੇ ਜਿਹੜੇ ਜਦੋਂ ਆਪਾਂ ਸ਼ੈੱਡ ਬਣਾਉਣਾ ਉਹਦੇ ਵੀ ਲਈ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਜੋ ਉਹਦੀ ਡਾਇਰੈਕਸ਼ਨ ਜਿਹੜੀ ਆ ਉਹ ਇਸ ਤਰ੍ਹਾਂ ਦੀ ਹੋਵੇ ਕਿ ਸਰਦੀਆਂ 'ਚ ਉੱਥੇ ਧੁੱਪ ਆਵੇ, ਗਰਮੀਆਂ 'ਚ ਉੱਥੇ ਮਤਲਬ ਛਾਂ ਰਵੇ। ਔਰ ਮੋਸਟਲੀ ਅਸੀਂ ਐਡਵਾਈਜ਼ ਕਰਦੇ ਹਾਂ ਕਿ ਸ਼ੈੱਡ ਥੋੜ੍ਹੀ ਉੱਚੀ ਜਗ੍ਹਾ 'ਤੇ ਬਣਾਈ ਜਾਵੇ ਜ਼ਮੀਨ ਦੀ ਪੱਧਰ ਤੋਂ, ਪਲੱਸ ਉਹਦੇ ਆਲੇ ਦੁਆਲੇ ਜਿਹੜੇ ਛਾਇਆਦਾਰ ਦਰੱਖਤ ਲਗਾਏ ਜਾਣ
ਔਰ ਜਿਸ ਤਰ੍ਹਾਂ ਜਿੱਦਾਂ ਪੂਰੀ ਗਰਮੀ ਹੈ, ਜੇ ਸ਼ੈੱਡ ਨੂੰ ਤੁਸੀਂ ਵੈਂਟੀਲੇਸ਼ਨ ਕੀਤੀ ਹੈ ਤੇ ਉੱਥੇ ਜੂਟ ਦੀਆਂ ਬੋਰੀਆਂ ਵਗੈਰਾ ਉਹਦੇ 'ਤੇ ਲਾਤੀਆਂ ਜਾਣ ਤੇ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜਾ ਪਾਣੀ ਦੇ ਨਾਲ ਭਿਗੋਤਾ ਜਾਵੇ ਤਾਂ ਜੋ ਜਿਹੜੀ ਹਵਾ ਕ੍ਰਾਸ ਕਰਕੇ ਅੰਦਰ ਜਾਵੇ ਉਹ ਠੰਡੀ ਜਾਵੇ। ਤੇ ਜੇ ਤੁਸੀਂ ਇੰਨਾ ਵੀ ਮੈਨੇਜਮੈਂਟ ਕਰ ਲਓਗੇ ਇਹਦੇ ਨਾਲ ਵੀ ਕਾਫੀ ਰਿਲੀਫ ਮਿਲਦਾ। ਪਰ ਜਦੋਂ ਸ਼ੈੱਡ ਵਿੱਚ ਅਸੀਂ ਅੱਜ ਕੱਲ੍ਹ ਜਿਹੜਾ ਟਾਈਮ ਹੈਗਾ ਆਰਗੇਨਾਈਜ਼ਡ ਡੇਅਰੀ ਦਾ, ਮਤਲਬ ਜਿਹੜੇ ਐਨੀਮਲ ਪ੍ਰੋਡਕਸ਼ਨ ਵਾਲੇ ਹਾਈ ਪ੍ਰੋਡਕਸ਼ਨ ਵਾਲੇ ਐਨੀਮਲ ਨੇ ਉਹਨਾਂ ਨੂੰ ਤੁਸੀਂ ਜਿੱਦਾਂ ਆਪਾਂ ਨੂੰ ਸਹੂਲਤਾਂ ਚਾਹੀਦੀਆਂ ਉਸੇ ਤਰ੍ਹਾਂ ਉਹਨਾਂ ਨੂੰ ਵੀ ਸਹੂਲਤਾਂ ਚਾਹੀਦੀਆਂ, ਕਿਉਂਕਿ ਦੇ ਆਰ ਕ੍ਰਾਸਬ੍ਰੀਡ ਐਨੀਮਲਸ। ਮਤਲਬ ਉਹ ਫੋਰਨ ਕੰਟਰੀਜ਼ ਦੇ ਸਾਰੇ ਇੰਪੋਰਟਡ ਜਰਮਪਲਾਜ਼ਮ ਨੇ, ਜਿੱਦਾਂ ਹੋਲਸਟਨ ਫਰੀਜ਼ਨ ਹੈ, ਜਰਸੀ ਹੈ, ਠੀਕ ਹੈ ਜੀ, ਰੈੱਡ ਏਨ ਹੈ, ਉਹ ਸਾਰੀਆਂ ਜਿਹੜੀਆਂ ਬਾਹਰਲੇ ਜਰਮਪਲਾਜ਼ਮ ਨੇ ਉਹ ਉੱਥੇ ਇੱਦਾਂ ਦੀ ਐਕਸਟ੍ਰੀਮ ਕੰਡੀਸ਼ਨ ਨਹੀਂ ਹੁੰਦੀ ਮੌਸਮ ਦੀ। ਉੱਥੇ ਫਿਰ ਸਾਰਾ ਸਾਲ ਇੱਕੋ ਜਿਹਾ ਤਕਰੀਬਨ ਮੌਸਮ ਰਹਿੰਦਾ ਜਾਂ ਸਰਦੀ ਰਹਿੰਦੀ ਹੈ। ਮਤਲਬ ਅੱਤ ਦੀ ਗਰਮੀ ਤਾਂ ਉਹਨਾਂ ਨੇ ਦੇਖੀ ਨਹੀਂ ਹੁੰਦੀ। ਉਹ ਆਪਾਂ ਹੁਣ ਉਹਨਾਂ ਨੂੰ ਸਾਰਿਆਂ ਨੂੰ ਜਿੱਦਾਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੇ ਥਰੂ ਆਪਣੀ ਜਿਹੜੀ ਦੇਸੀ ਗਾਂ ਸੀ ਉਹਨੂੰ ਆਪਾਂ ਵਲੈਤੀ ਬਣਾ ਲਿਆ, ਜਿੱਦਾਂ ਪੰਜਾਬੀ 'ਚ ਆਪਾਂ ਕਹਿੰਦੇ ਹਾਂ। ਫਿਰ ਉਹ ਵਲੈਤੀ ਗਾਂ ਨੂੰ ਸਹੂਲਤਾਂ ਵੀ ਵਲੈਤ ਵਾਲੀਆਂ ਹੀ ਚਾਹੀਦੀਆਂ। ਤੇ ਜੇ ਆਪਾਂ ਉਹਨਾਂ ਨੂੰ ਇਹ ਸਹੂਲਤ ਨਾ ਦੇਵਾਂਗੇ ਤਾਂ ਫਿਰ ਅਸੀਂ ਉਹ ਵਾਕਈ ਉਹ ਜਿਹੜਾ ਡੇਅਰੀ ਵਾਲਾ ਕੰਮ ਹੈ ਉਹ 'ਚ ਅਸੀਂ ਖਤਾ ਖਾਵਾਂਗੇ, ਸਾਡੇ ਲਾਭ ਦਾ ਅੰਸ਼ ਘੱਟ ਜਾਊਗਾ, ਕਿਉਂਕਿ ਆਪਾਂ ਪ੍ਰੋਡਕਸ਼ਨ ਲੈਣੀ ਆ ਐਨੀਮਲ ਦੀ। ਫਿਰ ਇਸੇ ਜਿਹੜੀ ਪ੍ਰੋਡਕਸ਼ਨ ਦੇ ਬੇਸ 'ਤੇ ਹੀ ਐਨੀਮਲ ਦੀ ਵੈਲਿਊਏਸ਼ਨ ਹੋਣੀ ਹੈ, ਠੀਕ ਹੈ ਨਾ। ਜੇ ਕੋਈ 40 ਲੀਟਰ ਦੁੱਧ ਦਿੰਦੀ ਹੈ, 50 ਲੀਟਰ ਗਾਂ ਦੁੱਧ ਦਿੰਦੀ ਹੈ, ਤਾਂ ਨੈਚੁਰਲੀ ਉਹਦਾ ਜਿਹੜਾ ਮੈਨੇਜਮੈਂਟਲ ਪ੍ਰੈਕਟਿਸਿਸ ਉਹਦੇ ਨਾਲ ਸਾਨੂੰ ਹੋਰ ਵਧਾਉਣੀਆਂ ਪੈਣਗੀਆਂ। ਡਾਕਟਰ ਸਾਹਿਬ, ਆਪਾਂ ਡਾਈਟ ਦੀ ਗੱਲ ਕੀਤੀ ਹੈ ਨਾ ਕਿ ਪ੍ਰੋਡਕਸ਼ਨ ਅਸੀਂ ਉਹਨਾਂ ਤੋਂ ਲੈਂਦੇ ਹਾਂ। ਸੋ ਮੈਂ ਗੱਲ ਕਰਾਂ, ਸਾਨੂੰ ਗਰਮੀਆਂ ਦੇ ਵਿੱਚ ਕਿਹਾ ਜਾਂਦਾ ਕਿ ਬਹੁਤੀ ਗਰਮੀ ਹੋ ਗਈ ਹੈ, ਲੱਸੀ ਲੈ ਲੈਣੀ ਚਾਹੀਦੀ ਹੈ ਨਾ, ਜਾਂ ਦਹੀਂ ਜ਼ਿਆਦਾ ਖਾਣਾ ਚਾਹੀਦਾ ਤਾਂ ਕਿ ਸਾਡਾ ਸਰੀਰ ਵੀ ਠੰਡਾ ਰਹੇ। ਸੋ ਅਜਿਹੇ ਵਿੱਚ ਡਾਈਟ ਜਿਹੜੀ ਹੈ ਪਸ਼ੂਆਂ ਦੇ ਲਈ ਵੀ ਤਾਂ ਕੁਝ ਖਾਸ ਹੋਗੀ, ਕਿਉਂਕਿ ਗਰਮੀਆਂ ਸਰਦੀਆਂ ਦੇ ਵਿੱਚ ਉਹਨਾਂ ਨੂੰ ਵੀ ਸ਼ਾਇਦ ਸਾਡੀ ਬਾਡੀ ਵਾਂਗ ਉਹਨਾਂ ਚੀਜ਼ਾਂ ਦੀ ਜ਼ਿਆਦਾ ਲੋੜ ਹੁੰਦੀ। ਸੋ ਉਹ ਕਿਹੜੀ ਡਾਈਟ ਹੈ ਜਿਹੜੀ ਸਾਨੂੰ ਪਸ਼ੂਆਂ ਨੂੰ ਮੌਸਮ ਦੇ ਹਿਸਾਬ ਨਾਲ ਦੇਣੀ ਚਾਹੀਦੀ? ਬਿਲਕੁਲ, ਡਾਈਟ ਤੋਂ ਪਹਿਲਾਂ ਮੈਂ ਜਿਹੜਾ ਬਹੁਤ ਜ਼ਰੂਰੀ ਤੱਤ ਹੈ ਪਾਣੀ 'ਤੇ ਆਵਾਂਗਾ, ਕਿਉਂਕਿ ਇਸ ਮੌਸਮ ਦੇ ਦੌਰਾਨ ਜਿੱਦਾਂ ਆਪਾਂ ਨੂੰ ਪਸੀਨਾ ਆਉਂਦਾ, ਪਸ਼ੂ ਨੂੰ ਪਸੀਨਾ ਨਹੀਂ ਆਉਂਦਾ। ਪਸ਼ੂ ਨੇ ਜਿਹੜਾ ਆਪਣਾ ਬੋਡੀ ਦਾ ਟੈਂਪਰੇਚਰ ਹੈ ਉਹ ਆਪਣਾ ਮੂੰਹ ਖੋਲ੍ਹ ਕੇ ਜੀਭ ਬਾਹਰ ਕੱਢ ਕੇ ਉਹਨੇ ਮਤਲਬ ਉਹ ਜਿਹੜੀ ਬੋਡੀ ਦੀ ਐਕਸੈਸਿਵ ਹੀਟ ਆ ਉਹਨੂੰ ਇਮਿਟ ਕਰਨਾ ਹੁੰਦਾ, ਬਾਹਰ ਕੱਢਣਾ ਹੁੰਦਾ। ਜਦੋਂ ਉਹ ਜੀਭ ਬਾਹਰ ਕੱਢਦਾ, ਹੌਂਕਦਾ ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ, ਉਹਦੇ ਨਾਲ ਉਹਦੇ ਜਿਹੜੇ ਆ ਜੀਭ ਤੋਂ ਸਲਾਈਵਾ ਜਿੱਦਾਂ ਆਪਾਂ ਥੁੱਕ ਪੰਜਾਬੀ 'ਚ ਕਹਿੰਦੇ, ਉਹਦੇ ਨਾਲ ਲਾਸ ਹੁੰਦਾ ਉਹਦਾ। ਇਹ ਅਲਟੀਮੇਟਲੀ ਉਹ ਵਾਟਰ ਦਾ ਹੀ ਫਾਰਮ ਹੈ, ਪਾਣੀ ਦਾ ਫਾਰਮ ਹੈ। ਉਹਦੇ ਨਾਲ ਜਿਹੜੇ ਸਲਾਈਵਾ ਦੇ ਨਾਲ ਉਹਦੇ ਇਲੈਕਟ੍ਰੋਲਾਈਟਸ ਵੀ ਲਾਸ ਹੁੰਦੇ ਆ, ਕਿਉਂਕਿ ਜਿਹੜਾ ਐਲਕਲਾਈਨ ਇਲੈਕਟ੍ਰੋਲਾਈਟਸ ਹੁੰਦੇ ਆ ਮੂੰਹ ਦੇ ਵਿੱਚ ਉਹ ਸਾਰੇ ਲਾਸ ਹੁੰਦੇ ਆ। ਇਸ ਕਰਕੇ ਜਿਹੜਾ ਪਾਣੀ ਆ ਉਹ ਅਬੰਡੈਂਟ ਮਤਲਬ ਪਸ਼ੂ ਨੂੰ ਮਿਲਣਾ ਚਾਹੀਦਾ। ਜਦੋਂ ਉਹਦੀ ਮਰਜ਼ੀ ਹੋਵੇ ਉਹ ਪਾਣੀ ਪੀ ਲਵੇ, ਇਸ ਤਰ੍ਹਾਂ ਦੀ ਮੈਨੇਜਮੈਂਟ ਕਰਨੀ ਚਾਹੀਦੀ ਆ। ਕਿਉਂਕਿ ਜੇ ਆਪਾਂ ਸੋਚੀਏ ਆਪਾਂ ਨਲਕਾ ਗੇੜ ਕੇ ਇੱਕ ਬਾਲਟੀ ਪਸ਼ੂ ਨੂੰ ਪਾਣੀ ਪਿਲਾਤਾ, ਸਮਝੋ ਆਪਣੇ ਖੁਰਲੀ ਦੇ 10 ਪਸ਼ੂ ਖੜ੍ਹੇ ਆ, ਕਾਦੋਂ ਬਾਲਟੀ ਭਰੂਗੀ ਤਾਂ ਕਾਦੋਂ 10 ਪੀਣਗੇ। ਇਸ ਕਰਕੇ ਅਸੀਂ ਕਹਿੰਦੇ ਕਿ ਸਾਫ਼ ਸੁਥਰਾ ਪਾਣੀ, ਜਿੱਦਾਂ ਸ਼ੈਡਸ ਵਿੱਚ ਵੀ ਆਪਾਂ ਦੇਖਦੇ ਹਾਂ ਜ਼ਿਮੀਂਦਾਰਾਂ ਨੇ ਆਮ ਤੌਰ 'ਤੇ ਮੈਨੇਜਮੈਂਟ ਕੀਤੀ ਹੁੰਦੀ ਆ, ਟਿਊਬਵੈੱਲ ਦੀ ਪਾਈਪ ਨਾਲ ਸਿੱਧਾ ਚਲਾ ਬਣਾਇਆ ਹੁੰਦਾ। ਉਹ ਚਲਾ ਵੀ ਜਿਹੜਾ ਟਾਈਮ ਟੂ ਟਾਈਮ ਸਾਫ਼ ਕਰਨਾ ਚਾਹੀਦਾ। ਉਹਦੇ ਵਿੱਚ ਕਿਸੇ ਕਿਸਮ ਦੀ ਕਾਈ, ਕੋਈ ਮਤਲਬ ਕਿਸੇ ਕਿਸਮ ਦੀ ਗੰਦਗੀ ਜਿੱਦਾਂ ਗੋਬਰ ਹੈ ਜਾਂ ਕੋਈ ਤੁਹਾਡੇ ਮਿੱਟੀ ਚਲੇ ਗਈ ਉਹਦੇ ਵਿੱਚ ਹਨੇਰੀਆਂ ਦੇ ਨਾਲ, ਉਹਨੂੰ ਟਾਈਮ ਟੂ ਟਾਈਮ ਸਾਫ਼ ਕਰਕੇ ਸਾਫ਼ ਸੁਥਰਾ ਪਾਣੀ ਪਸ਼ੂ ਨੂੰ ਪੀਣ ਲਈ ਦੇਣਾ ਚਾਹੀਦਾ। ਕਿਉਂਕਿ ਜਿਹੜਾ ਸਾਫ਼ ਸੁਥਰਾ ਪਾਣੀ ਆ ਇਹਨੇ ਬੋਡੀ 'ਚ ਜਾ ਕੇ ਕਈ ਕਿਰਿਆਵਾਂ ਨੂੰ ਉਤੇਜਿਤ ਕਰਨਾ। ਉਹਨਾਂ ਜਿਹੜਾ ਖਾਧਾ ਪੀਤਾ ਆ ਉਹਨੂੰ ਹਜਮ ਕਰਨਾ, ਪਾਚਨ ਕਿਰਿਆ 'ਚ ਉਹਨੂੰ ਉਹਦੀ ਹੈਲਪ ਕਰਨੀ ਆ, ਕਈ ਤਰ੍ਹਾਂ ਦੇ ਐਂਜ਼ਾਈਮਸ ਬਣਨੇ ਨੇ। ਔਰ ਜਿਹੜਾ ਤੁਸੀਂ ਚਾਰੇ ਦੀ ਡਾਈਟ ਦੀ ਗੱਲ ਕੀਤੀ ਆ, ਉਹਦੇ 'ਚ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਖੁੱਲ੍ਹਾ ਹਰਾ ਚਾਰਾ, ਮਤਲਬ ਜਿਹੜਾ ਇੱਕ ਐਨੀਮਲ ਨਾਰਮਲ ਪ੍ਰੋਡਕਸ਼ਨ ਦੇ ਰਿਹਾ ਉਹਨੂੰ 35 ਤੋਂ 50 ਕਿਲੋ ਜਿਸ ਤਰ੍ਹਾਂ ਦੀ ਵੀ ਜ਼ਿਮੀਂਦਾਰ ਕੋਲ ਅਵੇਲੇਬਿਲਿਟੀ ਹੋਵੇ, ਖੁੱਲ੍ਹਾ ਹਰਾ ਚਾਰਾ ਮੌਸਮ ਦੇ ਹਿਸਾਬ ਨਾਲ ਉਹ ਦੇਣਾ ਚਾਹੀਦਾ। ਜਿੱਦਾਂ ਸਰਦੀਆਂ 'ਚ ਆਪਾਂ ਬਰਸੀਨ ਵਗੈਰਾ ਹੁੰਦੀ ਆ, ਅੱਜ ਕੱਲ੍ਹ ਪਸ਼ੂਆਂ ਲਈ ਲੋਕਾਂ ਨੇ ਮੱਕੀ, ਚਰੀ, ਬਾਜਰਾ ਇਹ ਚੀਜ਼ਾਂ ਬੀਜੀਆਂ ਹੁੰਦੀਆਂ। ਅੱਜ ਕੱਲ੍ਹ ਕਈ ਹਾਈਬ੍ਰਿਡ ਧਰਮ ਦੇ ਘਾਹ ਆ ਗਏ ਨੇ ਜਿਹੜੇ ਮਤਲਬ ਸਾਰਾ ਸਾਲ ਮਲਟੀ ਕੱਟ ਚਾਰੇ, ਜਿਹੜਾ ਆਪਾਂ ਨੂੰ ਕਹਿੰਦੇ ਆ ਵੀ ਮਲਟੀ ਕੱਟ ਚਾਰੇ ਜਿਹੜੇ ਉਹ ਜ਼ਿਮੀਂਦਾਰ ਬੀਜਦੇ ਨੇ ਕਿ ਉਹ ਉਹਨਾਂ ਨੂੰ ਇਕਨੋਮਿਕਲ ਪੈਂਦੇ ਨੇ। ਉਹ ਜਿਹੜਾ ਹਰਾ ਚਾਰਾ ਅਬੰਡੈਂਟ ਅਵੇਲੇਬਲ ਹੋਣਾ ਚਾਹੀਦਾ। ਮਤਲਬ ਆਪਾਂ ਜਿਹੜੇ ਜਿੱਦਾਂ ਮਾਹਰਾਂ ਦੀ ਸਲਾਹ ਹੁੰਦੀ ਆ ਵੀ ਜੇ 10 ਕਿਲੋ ਤੱਕ ਤੁਹਾਡਾ ਜਾਨਵਰ ਦੁੱਧ ਦੇ ਰਿਹਾ ਅਤੇ ਉਹਨੂੰ 35-40 ਕਿਲੋ ਚਾਰੇ ਨਾਲ ਹੀ ਤੁਸੀਂ ਉਹਦੇ ਕੋਲ ਦੁੱਧ ਲਓ, ਬਜਾਏ ਉਹਨੂੰ ਕੋਈ ਐਡੀਸ਼ਨਲ ਸਪਲੀਮੈਂਟਸ ਦੇਣ ਦੇ। ਜੇ ਆਪਾਂ ਪ੍ਰੋਡਕਸ਼ਨ ਜ਼ਿਆਦਾ ਐਨੀਮਲ ਦੇ ਰਿਹਾ ਅਤੇ ਨੈਚੁਰਲੀ ਫਿਰ ਸਾਨੂੰ ਉਹਦੀ ਇਨਪੁੱਟ ਵੀ ਜ਼ਿਆਦਾ ਦੇਣੀ ਪਊਗੀ, ਕਿਉਂਕਿ ਇਨਪੁੱਟ ਨਾਲ ਹੀ ਆਊਟਪੁੱਟ ਵਧਣੀ ਹੈ। ਉਹਦੇ ਲਈ ਜਿਹੜੇ ਐਂਟੀ ਸਟ੍ਰੈਸ ਜਿੱਦਾਂ ਪ੍ਰੈਪਰੇਸ਼ਨਸ ਮਾਰਕੀਟ 'ਚ ਕਈ ਕੰਪਨੀਆਂ ਦੀਆਂ ਆਉਂਦੀਆਂ, ਜਿੱਦਾਂ ਉਹਦੇ 'ਚ ਮਲਟੀ ਵਾਈਟਮਿਨਸ ਹੁੰਦੇ ਨੇ, ਪਲੱਸ ਜਿੱਦਾਂ ਇਲੈਕਟ੍ਰੋਲਾਈਟਸ ਆਪਾਂ ਪੀਂਦੇ ਨੇ, ਉਹ ਚੀਜ਼ਾਂ ਹੁੰਦੀਆਂ ਤਾਂ ਕਿ ਜਿਹੜਾ ਬੋਡੀ 'ਚ ਉਹਦਾ ਲਾਸ ਹੋਵੇ, ਉਹ ਇਲੈਕਟ੍ਰੋਲਾਈਟਸ ਔਰ ਜਿਹੜੇ ਮਲਟੀ ਵਾਈਟਮਿਨਸ ਨੇ ਉਹਨਾਂ ਨੂੰ ਐਨੀਮਲਸ ਨੂੰ ਜੋ ਸਪਲੀਮੈਂਟ ਦੇ ਤੌਰ 'ਤੇ ਜੇ ਦਿੱਤੇ ਜਾਣ ਤਾਂ ਉਹਨਾਂ ਦੀ ਪ੍ਰੋਡਕਸ਼ਨ 'ਤੇ ਘੱਟ ਫਰਕ ਪੈਂਦਾ।
ਅੱਛਾ ਡਾਕਟਰ ਸਾਹਿਬ ਆਪਾਂ ਇਸ ਸਪਲੀਮੈਂਟਸ ਤੇ ਵੀ ਆਵਾਂਗੇ, ਪਰ ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗੀ ਔਰ ਦਰਸ਼ਕ ਵੀ ਜ਼ਰੂਰ ਜਾਣਨਾ ਚਾਹਣਗੇ ਕਿ ਬਿਮਾਰੀਆਂ ਕਿਹੜੀਆਂ ਆਮ ਜਿਹੜੀਆਂ ਨੇ ਦੁਧਾਰੂ ਪਸ਼ੂਆਂ 'ਚ ਦੇਖੀਆਂ ਜਾਂਦੀਆਂ ਨੇ ਔਰ ਬਿਮਾਰੀਆਂ ਦੇ ਕਿਹੜੇ ਸਿੰਪਟਮਸ ਹੁੰਦੇ ਨੇ ਜਿਹੜਾ ਉਹ ਸ਼ੁਰੂਆਤ ਦੇ ਵਿੱਚ ਹੀ ਫੜੀਆਂ ਜਾਣ। ਬਿਮਾਰੀਆਂ ਜਿਹੜੀਆਂ ਦੋ ਤਰ੍ਹਾਂ ਦੀਆਂ ਮੈਂ ਤੁਹਾਨੂੰ ਦੱਸਿਆ, ਇਨਫੈਕਸ਼ੀਅਸ ਕਾਜ਼ਸ ਤੋਂ ਬਚਾਉਣ ਵਾਸਤੇ ਤਾਂ ਅਸੀਂ ਜਿੱਦਾਂ ਆਪਾਂ ਸ਼ੈੱਡ ਦੀ ਸਾਫ਼ ਸਫਾਈ, ਦਿਨ 'ਚ ਤੁਸੀਂ ਜਦੋਂ 2 ਟਾਈਮ ਚੁਆਈ ਕਰਨੀ ਆ, ਕੋਲ ਖੜੇ ਹੋ ਕੇ ਚੁਆਈ ਕਰਾਓ, ਕਿਉਂਕਿ ਮੋਸਟਲੀ ਜਿਹੜਾ ਡੇਅਰੀ ਦਾ ਕੰਮ ਆ ਉਹ ਲੇਬਰ ਕਰਦੀ ਹੈ। ਆਪਣੇ ਬੱਚੇ ਦਾ ਸਾਰੇ ਤੁਹਾਨੂੰ ਪਤਾ ਹੀ ਆ ਜੋ ਅੱਜ ਕੱਲ੍ਹ ਚੱਲਦਾ, ਕੁਝ ਕਹਿਣ ਦੀ ਲੋੜ ਨਹੀਂ ਉਹਦੇ ਬਾਰੇ। ਤੇ ਲੇਬਰ ਦਾ ਕੰਮ ਹੈ, ਲੇਬਰ ਤੋਂ ਕੰਮ ਕਰਵਾਉਣਾ ਵੀ ਇੱਕ ਆਰਟ ਹੈ ਆਪਣੇ ਤਰੀਕੇ ਦੇ ਨਾਲ, ਕਿਉਂਕਿ ਲੇਬਰ ਕਦੀ ਵੀ ਮਾਲਕ ਦੀ ਉਹ ਨਹੀਂ ਕਹੂਗੀ ਵੀ ਹਾਂ ਬਈ ਸਮਾਂ, ਉਹ ਕਹਿਣਗੇ ਵੀ ਕਿੰਨਾ ਘੱਟ ਦੁੱਧ ਰੱਖ ਲਈਏ, ਥੋੜ੍ਹੀ ਦੇਰ ਮਾਲਕ ਪਰੇ ਜਾਵੇ ਤਾਂ ਅਸੀਂ ਚੋ ਕੇ ਆਪ ਪੀ ਜਾਈਏ। ਪਰ ਉਹ ਜਿੰਨੀ ਪ੍ਰੋਡਕਸ਼ਨ ਤੁਸੀਂ ਐਨੀਮਲ ਤੁਹਾਡਾ ਡਿਜ਼ਰਵ ਕਰਦਾ, ਤੁਸੀਂ ਉਹਦਾ ਇੱਕ ਤਾਂ ਰਿਕਾਰਡ ਰੱਖੋ। ਬਿਮਾਰੀਆਂ ਦਾ ਪਹਿਲਾ ਅਲਾਮਤ ਇਹ ਹੁੰਦੀ ਆ, ਪਹਿਲਾ ਸਾਈਨ ਇਹ ਹੁੰਦਾ ਬਿਮਾਰੀ ਦੀ ਕੰਡੀਸ਼ਨ 'ਚ ਪਸ਼ੂ ਆਫ ਫੀਡ ਹੋ ਜਾਂਦਾ, ਪੱਠੇ ਛੱਡ ਜਾਂਦਾ। ਪੱਠੇ ਛੱਡ ਗਿਆ, ਪਹਿਲਾ ਕਾਰਨ ਤੁਹਾਨੂੰ ਇਹ ਪਤਾ ਲੱਗ ਗਿਆ। ਦੂਜਾ ਕਾਰਨ ਉਹਦੀ ਪ੍ਰੋਡਕਸ਼ਨ ਘੱਟ ਗਈ, ਜਿਸ ਕਾਰਨ ਲਈ ਅਸੀਂ ਪਸ਼ੂ ਰੱਖੇ ਆ। ਪਰ ਅੱਜ ਕੋਈ ਗਾਂ 10 ਕਿਲੋ ਦੁੱਧ ਦੇ ਰਹੀ ਆ ਨਾਰਮਲ 'ਚ, ਜਾਂ 15 ਕਿਲੋ ਦੁੱਧ ਦੇ ਰਹੀ ਆ, ਜਿੱਦਾਂ ਹੀ ਉਹਦੇ ਸਰੀਰ ਨੂੰ ਕੋਈ ਬਿਮਾਰੀ ਲੱਗਣੀ ਆ, ਉਹ ਪ੍ਰੋਡਕਸ਼ਨ ਜਦੋਂ ਉਹਨੇ ਇਨਟੇਕ ਘੱਟ ਕਰਤੀ ਤਾਂ ਨੈਚੁਰਲੀ ਪ੍ਰੋਡਕਸ਼ਨ ਘੱਟ ਜਾਣੀ। ਇਸ ਕਰਕੇ ਆਪਾਂ ਨੂੰ ਹਰ ਐਨੀਮਲ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਇਹ ਸਾਡਾ ਐਨੀਮਲ ਕਿੰਨੀ ਪ੍ਰੋਡਕਸ਼ਨ ਦਿੰਦਾ ਦਿਨ ਦੀ, ਔਰ ਆਪਾਂ ਉਹਦਾ ਰਿਕਾਰਡ ਰੱਖਿਆ ਹੋਵੇ, ਫਿਰ ਹੀ ਆਪਾਂ ਪਤਾ ਜੱਜ ਕਰ ਸਕਦੇ ਵੀ ਹਾਂ ਵੀ ਇਹਨੂੰ ਕੋਈ ਬਿਮਾਰੀ ਆ, ਅਲਾਮਤ ਹੈ। ਤੇ ਉਹ ਅਸੀਂ ਨਾਲ ਜਿਹੜੀ ਸੰਸਥਾ ਸਾਡੀ ਪਸ਼ੂ ਸੰਸਥਾ ਹੈ, ਸਿਹਤ ਸੰਸਥਾ, ਉੱਥੋਂ ਕੋਈ ਮਾਹਰ ਡਾਕਟਰ ਬੁਲਾ ਕੇ ਅਸੀਂ ਚੈੱਕ ਕਰਵਾ ਕੇ, ਪਸ਼ੂ ਨੇ ਤਾਂ ਆਪਣੀ ਨਿਸ਼ਾਨੀ ਦੱਸਤੀ, ਉਹਨੇ ਪੱਠੇ ਖਾਣੇ ਘੱਟ ਕਰਤੇ, ਉਹਨੇ ਪ੍ਰੋਡਕਸ਼ਨ ਆਪਣੀ ਘਟਾਤੀ, ਇਹ ਇੱਕ ਮਾਹਰ ਹੀ ਮੌਕੇ 'ਤੇ ਜਾ ਕੇ ਦੱਸ ਸਕਦਾ ਵੀ ਇਹਨੇ ਕਿਸ ਵਜ੍ਹਾ ਨਾਲ ਪਸ਼ੂ ਤੇ ਜਿਹੜਾ ਉਹ ਘਟਾਇਆ। ਕਿਉਂਕਿ ਅਸੀਂ ਉਹਦਾ ਟੈਂਪਰੇਚਰ ਚੈੱਕ ਕਰਾਂਗੇ, ਜੇ ਬੁਖਾਰ ਹੈ ਤਾਂ ਬੁਖਾਰ ਦੇ ਹਿਸਾਬ ਨਾਲ ਇਲਾਜ ਹੋਊਗਾ। ਜਿੱਦਾਂ ਮੈਂ ਦੱਸਿਆ ਵੀ ਘਾਟਾਂ ਦੇ ਨਾਲ ਵੀ ਕਈ ਵਾਰੀ ਪਸ਼ੂ ਪ੍ਰੋਡਕਸ਼ਨ ਘਟਾ ਜਾਂਦਾ, ਫਿਰ ਉਹਦਾ ਟੈਂਪਰੇਚਰ ਡਾਊਨ ਹੋ ਜਾਂਦਾ, ਬੋਡੀ ਟੈਂਪਰੇਚਰ ਡਾਊਨ, ਦੈਟ ਇਜ਼ ਕਾਲਡ ਹਾਈਪੋਥਰਮੀਆ। ਫਿਰ ਉਹਦਾ ਡਿਫਰੈਂਟ ਅਲੱਗ ਤਰ੍ਹਾਂ ਦਾ ਇਲਾਜ ਹੈ। ਜਿਹੜੀਆਂ ਤੁਸੀਂ ਮੇਨ ਬਿਮਾਰੀਆਂ ਦੀ ਗੱਲ ਕੀਤੀ, ਇਸ ਸੀਜ਼ਨ ਦੇ ਵਿੱਚ ਇੱਕ ਜਿਹੜਾ ਸਭ ਤੋਂ ਵੱਡਾ ਦੁਸ਼ਮਣ ਹੈ ਪਸ਼ੂਆਂ ਦਾ, ਉਹ ਹੈ ਟਿਕ, ਚਿੱਚੜ, ਜਿਹਨੂੰ ਆਪਾਂ ਕਹਿੰਦੇ ਪੰਜਾਬੀ 'ਚ। ਚਿੱਚੜ ਜਿਸ ਡੇਅਰੀ 'ਚ ਜਾਂ ਜਿਸ ਡੇਰੇ 'ਤੇ ਆ ਗਿਆ, ਉਹਨੇ ਸਮਝੋ ਤੁਹਾਡਾ ਲਾਭ ਦਾ ਪ੍ਰਤੀਸ਼ਤ ਖਾ ਲਿਆ। ਕਿਉਂਕਿ ਇੱਕ ਚਿੱਚੜ ਜੇ ਦਿਨ ਵਿੱਚ 1 ml ਵੀ ਖੂਨ ਚੂਸਦਾ, ਇੱਕ ਚਿੱਚੜ ਤਾਂ ਹੁੰਦਾ ਨਹੀਂ ਜਾਨਵਰ ਦੇ, ਕਿੰਨੇ ਚਿੱਚੜ ਲੱਗੇ ਹੁੰਦੇ ਆ ਜੇ ਆਪਾਂ ਖਿਆਲ ਨਾ ਕਰੀਏ। ਤਾਂ ਤੁਸੀਂ ਦੇਖੋ ਵੀ ਤੁਹਾਡਾ ਜਿਹੜਾ ਦੁੱਧ, ਜਿਹੜਾ ਖੂਨ ਹੈ, ਉਹ ਕਿੰਨਾ ਉਹ ਚੂਸ ਗਿਆ ਲੀਟਰਾਂ ਦੇ ਹਿਸਾਬ ਨਾਲ। ਔਰ ਐਨੀਮਲ ਦੀ ਪ੍ਰੋਡਕਸ਼ਨ ਘਟ ਗਈ, ਐਨੀਮਲ ਦੀ ਜਿਹੜੀ ਆ ਇਮਿਊਨਿਟੀ ਘਟ ਗਈ, ਐਨੀਮਲ ਨੂੰ ਉਹਨਾਂ ਨੇ ਵੀਕ ਕਰਤਾ, ਅਨੀਮਿਕ ਕਰਤਾ। ਅਨੀਮਿਕ ਮਾਨੇ ਜਿਸ 'ਚ ਖੂਨ ਦੀ ਕਮੀ ਹੋ ਗਈ, ਠੀਕ ਹੈ ਜੀ। ਫਿਰ ਇਹ ਸਾਰੀਆਂ ਚੀਜ਼ਾਂ ਨਾਲ ਉਹਦੀ ਪ੍ਰੋਡਕਸ਼ਨ ਘਟ ਜਾਣੀ। ਫਿਰ ਕਈ ਜਿਹੜੇ ਨਹੀਂ ਪਰਵਾਹ ਕਰਦੇ, ਐਂਡ ਦੀ ਸਟੇਜ 'ਤੇ ਇੱਦਾਂ ਦਾ ਆ ਜਾਂਦਾ ਵੀ ਐਨੀਮਲ ਰਿਕੰਬੈਂਟ ਹੋ ਜਾਂਦਾ। ਰਿਕੰਬੈਂਟ ਵੱਲੋਂ ਉਹ 'ਚ ਖੜ੍ਹਨ ਦੀ ਤਾਕਤ ਨਹੀਂ ਰਹਿੰਦੀ, ਇੰਨਾ ਖੂਨ ਚੂਸਿਆ ਜਾਂਦਾ, ਉਹ ਬਹਿ ਜਾਂਦਾ। ਫਿਰ ਜਿਹੜੀਆਂ ਚਿੱਚੜ ਹੈ, ਉਹਨੇ ਇਕੱਲਾ ਖੂਨ ਹੀ ਨਹੀਂ ਚੂਸਣਾ, ਉਹਨੇ ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਸਰੀਰ 'ਚ ਆਪਣੇ ਡੰਗ ਦੇ ਨਾਲ ਅੰਦਰ ਪਹੁੰਚਾਉਣੀਆਂ। ਉਹਦੇ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹਨੂੰ ਅਸੀਂ ਪ੍ਰੋਟੋਜ਼ੋਨ ਡਿਜ਼ੀਜ਼ ਕਹਿੰਦੇ ਨੇ, ਉਹ ਇੱਕ ਵੱਖਰਾ ਟੌਪਿਕ ਹੈ, ਬਹੁਤ ਇਲੈਬੋਰੇਟ। ਜੇ ਤੁਸੀਂ ਉਹਦੇ 'ਤੇ ਵੱਖਰਾ ਕੋਈ ਡਿਸਕਸ ਕਰਨਾ ਚਾਹੋ ਤਾਂ ਆਪਾਂ ਕਰਾਂਗੇ। ਪਰ ਪ੍ਰੋਟੋਜ਼ੋਨ ਡਿਜ਼ੀਜ਼ ਮੇਨ ਦੁਸ਼ਮਣ ਹੈ। ਉਹਦੇ 'ਚ ਮੈਂ ਤੁਹਾਨੂੰ ਵੱਖ-ਵੱਖ ਜੋ ਅਲਾਮਤਾਂ ਮੇਨ ਹੁੰਦੀਆਂ ਉਹਦੇ 'ਚ ਦੱਸ ਦਿੰਦਾ। ਉਹਦੇ 'ਚ ਸਭ ਨਾਲ ਪਹਿਲਾਂ ਤਾਂ ਪਸ਼ੂ ਨੂੰ ਦੱਸਿਆ ਤਾਂ ਅਨੀਮਿਕ ਹੋ ਜਾਂਦਾ, ਰਿਕੰਬੈਂਟ ਹੋ ਜਾਂਦਾ, ਬਹਿ ਜਾਂਦਾ, ਹੱਡੀਆਂ ਨਿਕਲ ਜਾਂਦੀਆਂ ਉਹਦੀਆਂ, ਜਿੱਦਾਂ ਪੰਜਾਬੀ 'ਚ ਕਹਿੰਦੇ ਤੁੱਕਲ ਬਣ ਗਈ ਪਸ਼ੂ ਦੀ, ਬਿਲਕੁਲ ਐਨ ਦੂਰੋਂ ਹੱਡੀਆਂ ਤੁਸੀਂ ਗਿਣ ਸਕਦੇ ਹੋ, ਰਿਬਜ਼ ਗਿਣ ਸਕਦੇ। ਫਿਰ ਉਹਦੇ ਵਿੱਚ ਲਹੂ ਪਿਸ਼ਾਬ ਕਰਨ ਲੱਗ ਪੈਂਦਾ, ਯਾਨੀ ਕਿ ਪਿਸ਼ਾਬ ਦੇ ਵਿੱਚ ਉਹਦੇ ਬਲੱਡ ਆਉਣ ਲੱਗ ਪੈਂਦਾ, ਉਹਨੂੰ ਅਸੀਂ ਲਹੂ ਮੂਤਨਾ ਕਹਿੰਦੇ ਹਾਂ। ਫਿਰ ਉਹਦੇ ਵਿੱਚ ਜਿਹੜਾ ਐਨੀਮਲ ਪ੍ਰੈਗਨੈਂਟ ਹੈ, ਦੈਟ ਕੈਨ ਅਬਾਰਟ। ਜਦੋਂ ਅਨੀਮਿਕ ਹੋ ਗਿਆ, ਮਤਲਬ ਰਿਕੰਬੈਂਟ ਹੋ ਗਿਆ, ਉਹਨੂੰ ਪੂਰੀ ਡਾਈਟ ਨਹੀਂ ਮਿਲ ਰਹੀ, ਉਹਦੀ ਪੂਰਾ ਇਲਾਜ ਨਹੀਂ ਸਹੀ ਹੋ ਰਿਹਾ, ਚਿੱਚੜ ਉਹਦਾ ਖੂਨ ਚੂਸੀ ਜਾ ਰਹੇ ਆ, ਪ੍ਰੋਡਕਸ਼ਨ ਤਾਂ ਉਹਦੀ ਘਟਣੀ ਆ, ਨਾਲ ਦੀ ਜਿਹੜਾ ਐਂਡ ਦਾ ਰਿਜ਼ਲਟ ਹੈ ਉਹ ਫਿਰ ਉਹ ਅਬੋਰਸ਼ਨ ਹੋ ਜਾਂਦਾ। ਅਬੋਰਸ਼ਨ ਹੋ ਗਿਆ, ਫਿਰ ਉਹਦੀ ਜੇਰ ਨਹੀਂ ਪੈਣੀ, ਜਿਹੜਾ ਉਹਦਾ ਪਲੇਸੈਂਟਾ ਹੈ, ਕਿਉਂਕਿ ਉਹਦੇ 'ਚ ਤਾਕਤ ਹੈ ਨਹੀਂ ਉਹ ਪਲੇਸੈਂਟਾ ਬਾਹਰ ਕੱਢਣ ਦੀ। ਫਿਰ ਉਹ ਪਲੇਸੈਂਟਾ ਅੰਦਰ ਰਹਿ ਗਿਆ, ਫਿਰ ਤੁਸੀਂ ਉਹ ਰਿਮੂਵ ਕਰਾਓ, ਫਿਰ ਉਹਦਾ ਯੂਟਰਸ ਇਨਫੈਕਸ਼ਨ, ਦੇਅਰ ਆਰ ਚੇਨ ਆਫ ਰਿਐਕਸ਼ਨ। ਇਸ ਕਰਕੇ ਇਹਨਾਂ ਬਿਮਾਰੀਆਂ ਤੋਂ ਬਚਾਅ ਲਈ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਉਹ ਹੈ ਚਿੱਚੜ। ਜਿੱਦਾਂ ਸ਼ੁਰੂ 'ਚ ਆਪਾਂ ਗੱਲ ਕੀਤੀ, ਜੇ ਆਪਾਂ ਆਪਣੇ ਬਾੜੇ ਵਿੱਚ ਜਾਂ ਆਪਣੇ ਸ਼ੈੱਡ ਵਿੱਚ ਚਿੱਚੜ ਆਉਣ ਹੀ ਨਾ ਦਈਏ ਤਾਂ ਆਪਾਂ ਇਹ ਸਾਰੇ ਨੁਕਸਾਨ ਤੋਂ ਬਚ ਸਕਦੇ ਹਾਂ। ਕਿਉਂਕਿ ਇਸ ਜਿਹੜੇ ਪ੍ਰੋਟੋਜ਼ੋਨ ਡਿਜ਼ੀਜ਼ ਦਾ ਇਲਾਜ ਹੈ, ਇੱਕ ਤਾਂ ਇਹ ਬਹੁਤ ਮਹਿੰਗਾ ਔਰ ਇਹ ਕੰਟੀਨਿਊਸ ਚੱਲਦਾ। ਜੇ ਅਸੀਂ ਇਹਨੂੰ ਅੱਧ ਵਿਚਾਲੇ ਛੱਡ ਦਈਏ ਤਾਂ ਇਹ ਜਿਹੜਾ ਦੁਬਾਰਾ ਦੁੱਗਣੀ ਤਾਕਤ ਨਾਲ ਫਿਰ ਜਾਨਵਰ 'ਤੇ ਅਟੈਕ ਕਰਦਾ। ਇਸ ਕਰਕੇ ਇੱਕ ਤਾਂ ਮੈਂ ਸਲਾਹ ਦਊਂਗਾ, ਜੇ ਪਹਿਲਾਂ ਤਾਂ ਡਾਇਗਨੋਸ ਅੱਛੀ ਤਰ੍ਹਾਂ ਕਰਾਓ, ਫਿਰ ਉਹਦਾ ਜਿਹੜਾ ਇਲਾਜ ਆ, ਜੇ 3 ਦਿਨ 5 ਦਿਨ 6 ਦਿਨ ਫਿਰ ਉਹ ਕਰਵਾ ਕੇ, ਫਿਰ ਉਹਦਾ ਇੱਕ ਵਾਰੀ ਇਹਦੇ 'ਚ ਜਿਹੜਾ ਇਹਦੀ ਸ਼ਿਓਰਟੀ ਹੁੰਦੀ ਆ, ਦੈਟ ਇਜ਼ ਬਾਈ ਬਲੱਡ ਟੈਸਟ। ਸਾਡੇ ਕੋਲ ਇੱਥੇ RDDL ਹੈ, ਸਾਡੇ ਕੋਲ 7-8 ਸਟੇਟਾਂ ਦੀ ਲੈਬੋਰਟਰੀ ਹੈ।
ਆਪਾਂ ਖੁਸ਼ਕਿਸਮਤ ਹਾਂ, ਜਲੰਧਰ ਵਿੱਚ ਹੀ ਸਥਿਤ ਹੈ, ਇਸੇ ਕੈਂਪਸ 'ਚ ਹੈ। ਫਿਰ ਸਾਡੇ ਪੋਲੀਕਲੀਨਿਕਸ ਨੇ, ਉੱਥੇ ਸਾਰੇ ਟੈਸਟ ਹੋ ਜਾਂਦੇ ਨੇ। RDDL 'ਚ ਟੈਸਟ ਸਾਰੇ ਫ੍ਰੀ ਹੁੰਦੇ ਨੇ ਕਿਉਂਕਿ ਉਹ ਸੈਂਟਰ ਗੌਰਮੈਂਟ ਦਾ ਅਦਾਰਾ। ਅਤੇ ਜਿਹੜੇ ਪੋਲੀਕਲੀਨਿਕਸ ਨੇ ਉੱਥੇ ਨਾਮ ਮਾਤਰ ਫੀਸ ਲੈ ਕੇ ਸਾਰੇ ਟੈਸਟ ਹੋ ਜਾਂਦੇ ਨੇ। ਔਰ ਇਹ ਟੈਸਟ ਜਦੋਂ ਮੈਂ ਜਿੱਦਾਂ ਗੱਲ ਕੀਤੀ ਸੀ ਵੀ ਜਿੱਦਾਂ ਆਪਾਂ ਸ਼ੁਰੂ 'ਚ ਡਾਇਗਨੋਸ ਕਰਨ ਲਈ ਟੈਸਟ ਕਰਾਉਣਾ, ਜਦੋਂ ਆਪਾਂ ਇਲਾਜ ਛੱਡਣਾ ਉਦੋਂ ਇੱਕ ਵਾਰੀ ਫਿਰ ਟੈਸਟ ਕਰਵਾ ਲਈਏ ਵੀ ਆਇਆ ਕਿ ਬਲੱਡ ਵਿੱਚੋਂ ਸਾਰੀ ਇਨਫੈਕਸ਼ਨ ਇਹ ਖਤਮ ਹੋ ਗਈ ਹੈ ਜਾਂ ਕੋਈ ਅੰਸ਼ ਮਾਤਰ ਰਹਿੰਦਾ। ਜੇ ਉਹ ਅੰਸ਼ ਮਾਤਰ ਵੀ ਰਹਿ ਗਿਆ ਤਾਂ ਉਹਨੇ ਫਿਰ ਦੁਬਾਰਾ ਜਦੋਂ ਮਤਲਬ ਦੁੱਗਣੀ ਤਾਕਤ ਨਾਲ ਅਟੈਕ ਕਰਕੇ ਜਾਨਵਰ ਤੁਹਾਡਾ ਫਿਰ ਉਹਨੇ ਬਿਮਾਰ ਕਰ ਦਿੱਤਾ। ਅੱਛਾ ਡਾਕਟਰ ਸਾਹਿਬ, ਵੈਕਸੀਨੇਸ਼ਨਸ ਬਾਰੇ ਗੱਲ ਕਰ ਲੈਂਦੇ ਹੈ ਨਾ ਕਿ ਜਾਨਵਰਾਂ ਦੇ ਵਿੱਚ ਕਿਸ ਟਾਈਪ ਦੀਆਂ ਵੈਕਸੀਨੇਸ਼ਨਸ ਜਿਹੜੀਆਂ ਨੇ ਉਹ ਲੈ ਲੈਣੀਆਂ ਚਾਹੀਦੀਆਂ ਨੇ? ਦੇਖੋ ਜਿਹੜੀ ਵੈਕਸੀਨੇਸ਼ਨ ਦੀ ਗੱਲ ਹੈ ਨਾ, ਜਿੱਦਾਂ ਆਪਾਂ ਪੰਜਾਬੀ 'ਚ ਕਹਿੰਦੇ ਵੀ ਇਲਾਜ ਨਾਲੋਂ ਪਰਹੇਜ਼ ਚੰਗਾ, ਠੀਕ ਹੈ ਜੀ। ਵੈਕਸੀਨ ਵੀ ਇੱਕ ਕਿਸਮ ਦਾ ਪਰਹੇਜ਼ ਹੀ ਆ ਵੀ ਆਪਾਂ ਪਹਿਲਾਂ ਹੀ ਉਸ ਬਿਮਾਰੀ ਨਾਲ ਲੜਨ ਆਪਾਂ ਸਰੀਰ ਵਿੱਚ ਆਪਣੀ ਤਾਕਤ ਪੈਦਾ ਕਰ ਲਈ। ਵੱਖ-ਵੱਖ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹਦੇ ਲਈ ਵਿਭਾਗ ਵੈਕਸੀਨ ਲਗਵਾਉਂਦਾ। ਕੁਝ ਵੈਕਸੀਨ ਸਾਡੀਆਂ ਔਨ ਕੋਸਟ ਲੱਗਦੀਆਂ, ਕੁਝ ਸੈਂਟਰ ਗੌਰਮੈਂਟ ਸਪੋਂਸਰਡ ਸਕੀਮਸ ਨੇ, ਉਹਨਾਂ 'ਚ ਵੈਕਸੀਨ ਫ੍ਰੀ ਵੀ ਲੱਗਦੀਆਂ। ਮੋਸਟਲੀ ਜਿਹੜੀ 2 ਤਰ੍ਹਾਂ ਦੀ ਵੈਕਸੀਨ ਸਾਡੇ ਚੱਲਦੀ ਹੈ। FMD ਜਿਹਨੂੰ ਆਪਾਂ ਮੂੰਹ ਖੁਰ ਕਹਿੰਦੇ, ਹਿੰਦੀ 'ਚ ਖੁਰਪਕਾ ਕਹਿੰਦੇ ਆ, ਪੰਜਾਬੀ 'ਚ ਮੂੰਹ ਖੁਰ ਕਹਿੰਦੇ ਆ। ਦੂਜੀ ਹੈਗੀ ਸਾਡੀ HS ਹੀਮੋਰੈਜਿਕ ਸੈਪਟੋਸੀਮੀਆ। ਇਹ ਜਿਹੜਾ ਗਲਘੋਟੂ ਵੈਕਸੀਨ ਇਹਨੂੰ ਕਹਿੰਦੇ ਆ ਪੰਜਾਬੀ 'ਚ, ਠੀਕ ਹੈ। ਇਹਦੇ ਨਾਲ ਪਸ਼ੂ ਦੇ ਗਲ 'ਤੇ ਸੋਜ ਆ ਜਾਂਦੀ ਆ, ਬੁਖਾਰ ਚੜ੍ਹ ਜਾਂਦਾ, ਹਾਈ ਰਾਈਜ਼ ਆਫ ਟੈਂਪਰੇਚਰ ਹੋ ਜਾਂਦਾ ਔਰ ਆਪਾਂ ਨੂੰ ਇਲਾਜ ਕਰਨ ਦਾ ਮੌਕਾ ਵੀ ਨਹੀਂ ਮਿਲਦਾ। ਪਸ਼ੂ ਉੱਥੇ ਹੀ ਖਤਮ ਹੋ ਜਾਂਦਾ ਕਿਉਂਕਿ ਉਹਦੇ ਸਾਹ ਰਗਾਂ ਫੁੱਲ ਜਾਂਦੀਆਂ, ਆਲੇ ਦੁਆਲੇ ਉਹਦੇ ਪਾਣੀ ਭਰ ਜਾਂਦਾ, ਉਹਨੂੰ ਸਾਹ ਨਹੀਂ ਆਉਂਦਾ ਤਾਂ ਪਸ਼ੂ ਉੱਥੇ ਹੀ ਕਲੈਪਸ ਹੋ ਜਾਂਦਾ। ਇਹਦੇ ਵਾਸਤੇ ਜਿਹੜੀ ਵੈਕਸੀਨ ਹੈ ਰਾਤਾਂ ਤੋਂ ਪਹਿਲਾਂ ਹੁਣ ਲਗਵਾਉਣੀ ਹੈ, ਜਿੱਦਾਂ ਬਰਸਾਤ ਦਾ ਮੌਸਮ ਅਨਸੈਟ ਹੋਣਾ ਕਿਉਂਕਿ ਇਹ ਬਰਸਾਤੀ ਹਿਊਮਿਡ ਕੰਡੀਸ਼ਨ ਦੀ ਡਿਜ਼ੀਜ਼ ਹੈ। ਹੁਣ April ਐਂਡ ਤੋਂ ਇਹ ਵੈਕਸੀਨ ਸਾਡੀ ਸਟਾਰਟ ਹੋ ਜਾਣੀ ਹੈ। ਇਸ ਵੇਲੇ ਜਿਹੜਾ ਚੱਲ ਰਿਹਾ ਸਾਡਾ FMD ਰਾਊਂਡ ਦਾ ਵੈਕਸੀਨ ਰਾਊਂਡ ਚੱਲ ਰਿਹਾ ਵੈਕਸੀਨੇਸ਼ਨ ਦਾ, ਉਹ ਵੈਕਸੀਨ ਅਸੀਂ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਸੈਂਟਰ ਸਪੋਂਸਰਡ ਸਕੀਮ ਹੈ ਉਹ ਟੋਟਲੀ ਫ੍ਰੀ ਰੱਖ ਲਈ ਹੈ। ਜਿਹੜੀ HS ਵੈਕਸੀਨ ਹੈ ਉਹ ਪੰਜਾਬ ਗਵਰਨਮੈਂਟ ਵੱਲੋਂ ਲੱਗਦੀ ਹੈ, ਉਹਦੀ 5 ਰੁਪਏ ਪ੍ਰਤੀ ਡੋਜ਼ ਕਾਸਟ ਹੁੰਦੀ ਹੈ ਇੱਕ ਐਨੀਮਲ ਦੀ। ਅਤੇ ਇਹ ਜਿਹੜੀ FMD ਹੈ ਇਟ ਇਜ਼ ਟੋਟਲੀ ਫ੍ਰੀ। ਜਿਹੜੀਆਂ ਬਾਕੀ ਵੈਕਸੀਨਸ ਨੇ ਉਹ ਬਲੈਕ ਕੁਆਟਰ ਹੈ, ਉਹ ਅੱਜ ਕੱਲ੍ਹ ਬਿਮਾਰੀ ਅਸੀਂ ਐਲੀਮੀਨੇਟ ਕਰ ਚੁੱਕੇ ਹਾਂ, ਪਰ ਉਹਦੀ ਹਾਲੇ ਵੀ ਮਤਲਬ ਬਹੁਤ ਰੇਅਰੈਸਟ ਆਫ ਰੇਅਰ ਕੇਸ ਦੇਖਣ ਨੂੰ ਮਿਲਦਾ, ਉਹਦੀ ਵੀ ਵੈਕਸੀਨ ਲੱਗਦੀ ਹੈ। ਫਿਰ ਬੱਕਰੀਆਂ ਵਿੱਚ ਜਿਹੜੇ ਸਮਾਲ ਐਨੀਮਲਸ ਨੇ ਉਹਨਾਂ 'ਚ ਵੀ 3-4 ਤਰ੍ਹਾਂ ਦੀਆਂ ਜਿਹੜੀਆਂ ਵੈਕਸੀਨਸ ਲੱਗਦੀਆਂ ਉਹ ਬਿਲਕੁਲ ਗਵਰਨਮੈਂਟ ਵੱਲੋਂ ਫ੍ਰੀ ਲੱਗਦੀਆਂ। ਅਤੇ ਜਿਹੜੀ ਮੋਸਟਲੀ ਜਿਹੜੀ ਆਪਾਂ ਇਗਨੋਰ ਕਰਦੇ ਹਾਂ, ਆਪਾਂ ਨੂੰ ਜਿਹੜੇ ਪਸ਼ੂ ਜੇ ਬਾੜੇ 'ਚ ਰੱਖਿਆ ਤਾਂ ਉਹਨੂੰ ਰੇਬੀਜ਼ ਦੀ ਵੈਕਸੀਨ ਵੀ ਜ਼ਰੂਰ ਲਵਾਉਣੀ ਚਾਹੀਦੀ ਹੈ ਸਾਲ ਕਿਉਂਕਿ ਆਪਾਂ ਦੇਖਦੇ ਹਾਂ ਸ਼ੈਡਾਂ ਵਿੱਚ ਕਈ ਵਾਰੀ ਓਪਨ ਹੁੰਦਾ ਸਾਰਾ ਏਰੀਆ, ਅਤੇ ਜਿਹੜਾ ਰੇਬੀਜ਼ ਦੇ ਅਵਾਰਾ ਡੌਗ ਜਿਹੜੇ ਪਿੰਡਾਂ 'ਚ ਆਮ ਹੁੰਦੇ ਆ, ਨੇਵਲੇ, ਠੀਕ ਹੈ ਜੀ। ਅਤੇ ਇਹ ਚੀਜ਼ਾਂ ਬਿੱਲੀਆਂ, ਇਹ ਚੀਜ਼ਾਂ ਸੋਰਸ ਹੁੰਦੇ ਆ ਰੇਬੀਜ਼ ਦੇ ਜਦੋਂ ਐਨੀਮਲ ਨੂੰ ਕੱਟ ਕਰ ਜਾਂਦੇ ਆ, ਕਿਉਂਕਿ ਰੇਬੀਜ਼ ਇਹੋ ਜਿਹੀ ਬਿਮਾਰੀ ਆ ਜਿਹਦਾ ਕੋਈ ਇਲਾਜ ਨਹੀਂ ਹੈਗਾ, ਨਾ ਬੰਦੇ 'ਚ ਨਾ ਜਾਨਵਰ 'ਚ। ਇਸ ਕਰਕੇ ਇਹਦਾ ਇੱਕੋ ਹੀ ਇਲਾਜ ਹੈ ਕਿ ਇਹਨੂੰ ਆਪਾਂ ਬਚਾਅ ਪਹਿਲਾਂ ਕਰ ਲਈਏ, ਆਪਾਂ ਇਹਦੀ ਵੈਕਸੀਨ ਲਗਵਾ ਲਈਏ। ਫਿਰ ਵੀ ਅਸੀਂ ਐਡਵਾਈਜ਼ ਕਰਦੇ ਹਾਂ ਜੇ ਫਿਰ ਵੀ ਕਿਸੇ ਦੀ ਡੌਗ ਬਾਈਟ ਹੋ ਗਈ ਜਾਂ ਬਾਈਟ ਹੋ ਗਈ, ਕਿਉਂਕਿ ਜੇ ਵੈਕਸੀਨ ਲੱਗੀ ਆ ਦੈਟ ਇਜ਼ ਵਨ ਸੋਰਟ ਆਫ ਸਪੋਰਟ ਟੂ ਦੀ ਐਨੀਮਲ, ਫਿਰ ਉਹਨੂੰ ਬੂਸਟਰ ਜ਼ਰੂਰ ਲਗਾਉਣੀ ਚਾਹੀਦੀ ਹੈ ਜਦੋਂ ਜੇ ਬਾਈਟ ਹੋ ਜਾਂਦੀ ਹੈ। ਆਪਾਂ ਨੂੰ ਨਹੀਂ ਪਤਾ ਉਸ ਐਨੀਮਲ ਦਾ ਕੀ ਸਟੇਟਸ ਹੈ, ਡੌਗ ਰੈਬਿਟ ਸੀ ਨਹੀਂ ਸੀ। ਅੱਜ ਕੱਲ੍ਹ ਉਹ ਅੱਗੇ ਕਹਿੰਦੇ 10 ਦਿਨ ਉਹਨੂੰ ਦੇਖੋ ਕੁੱਤੇ ਨੂੰ ਮਰ ਜਾਂਦਾ ਤਾਂ ਇਹ ਆ ਜਾਂ ਉਹ ਚੀਜ਼ਾਂ ਹੁਣ ਖਤਮ ਹੋ ਗਈਆਂ WHO ਦੇ ਹਿਸਾਬ ਨਾਲ। ਅਸੀਂ ਜਦੋਂ ਜੇ ਕਿਸੇ ਨੇ ਕਿਹਾ ਵੀ ਸਾਡੀ ਵੈਕਸੀਨ ਲੱਗੀ ਆ, ਅਸੀਂ ਫਿਰ ਉਹਨੂੰ ਐਡਵਾਈਜ਼ ਕਰਦੇ ਹਾਂ ਵੀ ਤੁਸੀਂ ਘੱਟੋ ਘੱਟ ਮਿਨੀਮਮ 3 ਸ਼ਾਟਸ ਜਿਹੜੇ ਆ 037 ਵਾਲੇ ਉਹ ਤੁਸੀਂ ਜ਼ਰੂਰ ਇਨੋਕੂਲੇਟ ਕਰਵਾ ਲਓ, ਕਿਉਂਕਿ ਜਾਨਵਰ ਦੀ ਜਾਨ ਔਰ ਜਾਨਵਰ ਦੀ ਤਾਂ ਆਪਾਂ ਰਿਪਲੇਸਮੈਂਟ ਕਰ ਸਕਦੇ ਹਾਂ, ਪਰ ਜੇ ਹਿਊਮਨ ਲਾਈਫ ਇਹਨਾਂ ਲੋਸਟ ਹੋ ਜਾਏ ਤਾਂ ਦੈਟ ਇਰਰਿਪਲੇਸੇਬਲ ਹੈ। ਅੱਛਾ ਡਾਕਟਰ ਸਾਹਿਬ, ਇੰਜੈਕਸ਼ਨਸ ਦੀ ਗੱਲ ਹੋਈ, ਵੈਕਸੀਨੇਸ਼ਨ ਦੀ ਗੱਲ ਹੋਈ, ਤਾਂ ਕਈ ਵਾਰੀ ਅਸੀਂ ਜਿਹੜੀ ਪ੍ਰੋਡਕਸ਼ਨ ਹੁੰਦੀ ਵੱਧ ਲੈਣ ਦੇ ਲਈ ਵੀ ਕੁਝ ਆਰਟੀਫਿਸ਼ੀਅਲ ਚੀਜ਼ਾਂ ਨੂੰ ਅਪਣਾਉਂਦੇ ਹਾਂ, ਸੋ ਉਹਨਾਂ ਚੀਜ਼ਾਂ ਬਾਰੇ ਵੀ ਜ਼ਰੂਰ ਦੱਸੋ ਔਰ ਕਿਹੜੇ ਐਫਰਟਸ ਜਿਹੜੇ ਨੇ ਲੱਗਦੇ ਨੇ ਜਦੋਂ ਅਸੀਂ ਵੱਧ ਪ੍ਰੋਡਕਸ਼ਨ ਦੇ ਲਈ ਜਾਨਵਰ ਦੇ ਨਾਲ ਉਹ ਐਫਰਟ ਲਾਉਂਦੇ ਹਾਂ। ਕਈ ਵਾਰੀ ਇੰਜੈਕਸ਼ਨ ਹੋ ਗਿਆ ਜਾਂ ਫੀਡ ਹੋ ਗਈ। ਨਹੀਂ ਦੇਖੋ, ਇਹ 2 ਤਰ੍ਹਾਂ ਦੇ ਤੁਸੀਂ ਇੱਕ ਸਾਲ 'ਚ 2 ਤਰ੍ਹਾਂ ਦੇ ਐਸਪੈਕਟ ਆਉਂਦੇ ਆ। ਇੱਕ ਤਾਂ ਹੁੰਦੇ ਪੋਜ਼ੀਟਿਵ ਚੀਜ਼ਾਂ ਜਿਹੜੀਆਂ ਆਪਾਂ ਪ੍ਰੋਡਕਸ਼ਨ ਲੈਣ ਲਈ ਕਰ ਸਕਦੇ ਹਾਂ। ਅੱਛਾ, ਤੇ ਦੂਸਰੀ ਤੁਸੀਂ ਕਿਹਾ ਕਿ ਇੱਕ ਪੋਜ਼ਿਟਿਵ ਵੇ ਵੀ ਹੁੰਦਾ। ਪੋਜ਼ਿਟਿਵ ਜਿਹੜਾ ਪ੍ਰੋਡਕਸ਼ਨ ਹੈ ਉਹ ਦੇਖੋ ਐਨੀਮਲ ਨੂੰ ਨਾ ਜਿੰਨਾ ਤੁਸੀਂ ਕੇਅਰ ਕਰੋਗੇ, ਜਿੱਦਾਂ ਮੈਂ ਕਿਹਾ ਤਾਂ ਸਟਾਰਟ ਵਿੱਚ ਆਪਾਂ ਗੱਲ ਕੀਤੀ, ਉਨਾ ਹੀ ਉਹਦਾ ਕੰਫਰਟ ਲੈਵਲ ਜਿੰਨਾ ਵਧਾਓਗੇ। ਦੇਖੋ 4 ਪੈਰਾਂ ਵਾਲਾ ਐਨੀਮਲ ਹੈ, 4 ਪੈਰਾਂ ਵਾਲਾ, ਉਹਨੇ 4 ਪੈਰਾਂ 'ਤੇ ਆਪਣਾ ਵਜ਼ਨ ਸੈੱਟ ਕਰਨਾ 3, 3.5, 4 ਕੁਇੰਟਲ, ਹੁਣ ਤਾਂ ਉਹ ਤੋਂ ਵੀ ਜ਼ਿਆਦਾ ਹੋ ਜਾਂਦਾ। ਉਹਨੂੰ ਜੇ ਤੁਸੀਂ ਥੱਲੇ ਜ਼ਮੀਨ ਹੀ ਸਮਤਲ ਹੈ ਨਹੀਂ, ਠੀਕ ਹੈ, ਉਬੜ ਖਾਬੜ ਹੈ, ਥੱਲੇ ਵੱਟੇ ਚੁੱਭਣ ਡਏ ਉਹਦੇ, ਜਾਂ ਮਤਲਬ ਇੱਟਾਂ ਨਿਕਲੀਆਂ, ਇੱਟਾਂ ਦੀਆਂ
ਨੁਕਰਾਂ ਨਿਕਲੀਆਂ ਆਈਆਂ, ਉਹਨੂੰ ਪੱਧਰੀ ਜ਼ਮੀਨ ਜਾਂ ਨਰਮ ਜ਼ਮੀਨ ਨਹੀਂ ਹੈਗੀ। ਅਤੇ ਤੁਸੀਂ ਦੇਖੋ ਉਹ ਭਾਰ ਕਦੀ ਇੱਧਰਲੇ ਜਾ ਪੈਰ 'ਤੇ ਲਾਊਗਾ, ਕਦੀ ਇੱਧਰਲੇ ਭਾਰ 'ਤੇ ਲਾਊਗਾ, ਉਹ ਕੰਫਰਟੇਬਲ ਹੀ ਨਹੀਂ ਹੈ। ਉਹਨੂੰ ਤੁਸੀਂ ਕਿੱਦਾਂ ਤੁਸੀਂ ਉਹ ਤੋਂ ਪ੍ਰੋਡਕਸ਼ਨ ਦੀ ਉਮੀਦ ਕਰ ਸਕਦੇ ਆ। ਦੂਜਾ ਖੁੱਲ੍ਹਾ ਪਾਣੀ ਨਹੀਂ ਉਹਨੂੰ ਦਿੱਤਾ, ਉਹਦਾ ਜਿਹੜਾ ਆਲਾ ਦੁਆਲਾ ਬੈਠਣ ਦਾ ਸਾਫ਼ ਨਹੀਂ ਰੱਖਿਆ ਆਪਾਂ, ਉਹਦੇ ਨਾਲ ਬਿਮਾਰੀਆਂ ਜਾਣਗੀਆਂ। ਜਦੋਂ ਜਾਨਵਰ ਨੇ ਰਿਕੰਬੈਂਟ ਹੋਣਾ ਬੈਠਣਾ, ਜਦੋਂ ਵੀ ਉਹਨੇ ਆਪਣਾ ਭੋਜਨ ਕਰਕੇ ਜਾਂ ਪੱਠੇ ਤੋਂ ਬਾਅਦ ਉਹਨੇ ਉਗਾਲੀ ਕਰਨੀ ਹੈ ਰਿਲੈਕਸ ਹੋ ਕੇ, ਉਹ ਸਾਰਾ ਉਹਦਾ ਜਿਹੜਾ ਸਿਸਟਮ ਹੈ ਬਾਡੀ ਦਾ, ਉਹ ਫੇਫੜਿਆਂ ਤੋਂ ਲੈ ਕੇ ਉਹਦੇ ਜੈਨੀਟੇਲੀਆ ਤੱਕ ਸਾਰਾ ਉਹ ਨੀਚੇ ਟੱਚ ਕਰ ਰਿਹਾ। ਜੇ ਉੱਥੇ ਸਫਾਈ ਨਹੀਂ ਹੈਗੀ, ਜੇ ਉੱਥੇ ਆਪਾਂ ਸੋਰਸ ਆਫ ਇਨਫੈਕਸ਼ਨ ਛੱਡੇ ਆ, ਵੀ ਚਾਹੇ ਉਹਦਾ ਜਾਨਵਰ ਦਾ ਹੀ ਮਲ ਮੂਤਰ ਹੈ, ਪਰ ਜਦੋਂ ਉਹ ਬਾਹਰ ਆ ਗਿਆ ਦੈਟ ਇਜ਼ ਸੋਰਸ ਆਫ ਇਨਫੈਕਸ਼ਨ। ਠੀਕ ਹੈ, ਜੇ ਉੱਥੇ ਆਪਾਂ ਟਾਈਮ ਟੂ ਟਾਈਮ ਸਫਾਈ ਨਹੀਂ ਕੀਤੀ, ਉਹਦਾ ਬਾਰ-ਬਾਰ ਗੋਹਾ ਨਹੀਂ ਹਟਾਇਆ ਜਾਂ ਪਿਸ਼ਾਬ ਕਲੀਅਰ ਨਹੀਂ ਕੀਤਾ, ਜਾਂ ਉੱਥੇ ਡਰੇਨੇਜ ਸਿਸਟਮ ਪ੍ਰੋਪਰ ਨਹੀਂ ਹੈ, ਜਾਂ ਉਹਨੂੰ ਮੱਖੀਆਂ ਹੀ ਤੰਗ ਕਰੀ ਜਾਂਦੀਆਂ, ਆਪਾਂ ਪੱਖਾ ਨਹੀਂ ਲਾਇਆ ਕੋਈ, ਜਾਂ ਉਹਦੇ ਮੱਛਰ ਵੱਢੀ ਜਾਂਦਾ, ਜਾਂ ਚਿੱਚੜ ਪਏ ਨੇ, ਅਤੇ ਉਹ ਕਿੱਦਾਂ ਪ੍ਰੋਡਿਊਸ ਕਰ ਸਕਦਾ। ਇਸ ਕਰਕੇ ਉਹਨਾਂ ਨੂੰ ਕੰਫਰਟੇਬਲ ਦੇਣਾ ਜ਼ਰੂਰੀ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਪੋਜ਼ੀਟਿਵ ਚੀਜ਼ਾਂ 'ਚ, ਜੇ ਆਪਾਂ ਸਾਰੀਆਂ ਚੀਜ਼ਾਂ ਹਟਾਉਂਦੇ ਹਾਂ। ਦੂਜਾ ਸਪਲੀਮੈਂਟਸ ਆਉਂਦੇ ਨੇ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਖਾਣ ਵਾਸਤੇ ਮੋਸਟਲੀ ਸਾਰੇ ਜਿਹੜੇ ਕਹਿੰਦੇ ਕੈਲਸ਼ੀਅਮ ਦੇ ਦਿਓ, ਜਿਹਨੂੰ ਦੁੱਧ ਵਧਾਉਣਾ ਤਾਂ ਕੈਲਸ਼ੀਅਮ ਦੇ ਦਿਓ। ਕੈਲਸ਼ੀਅਮ ਇਕੱਲਾ ਉਹ ਕੁਛ ਨਹੀਂ ਕਰਦਾ, ਕੈਲਸ਼ੀਅਮ ਇੱਕ ਇਨਸਟੈਂਟ ਬੂਸਟ ਉਹਨੂੰ ਦੇ ਦਿੰਦਾ, ਕਿਉਂਕਿ ਗਲੂਕੋਨੀਓਜੈਨੇਸਿਸ ਇੱਕ ਪ੍ਰੋਸੈਸ ਹੈ ਬਾਡੀ ਵਿੱਚ ਜਿਹੜਾ ਹੋ ਕੇ ਉਹ ਇੱਕ ਇਮੀਡੀਏਟਲੀ ਦੁੱਧ ਬਣ ਜਾਂਦਾ। ਪਰ ਜਿੱਦਾਂ ਤੁਸੀਂ ਉਹ ਕੈਲਸ਼ੀਅਮ ਬੰਦ ਕਰਦੇ ਹੋ, ਦੁੱਧ ਫਿਰ ਉੱਥੇ ਦਾ ਉੱਥੇ ਆ ਜਾਂਦਾ। ਇਸ ਕਰਕੇ ਅਸੀਂ ਇਹ ਐਡਵਾਈਸ ਕਰਦੇ ਹਾਂ ਕਿ ਪ੍ਰੋਡਕਸ਼ਨ ਵਾਲੇ ਐਨੀਮਲਸ ਲਈ ਇੱਕ ਡਿਫਰੈਂਟ ਟਾਈਪਸ ਆਫ ਜਿਹੜੀਆਂ ਮਿਨਰਲ ਮਿਕਸਚਰਸ ਆਉਂਦੇ ਨੇ, ਜਿਨ੍ਹਾਂ ਨੂੰ ਪੰਜਾਬੀ 'ਚ ਆਪਾਂ ਧਾਤਾਂ ਦਾ ਚੂਰਾ ਕਹਿੰਦੇ ਹਾਂ, ਉਹ ਮਿਨਰਲ ਮਿਕਸਚਰ ਦੀ ਸਪਲੀਮੈਂਟੇਸ਼ਨ ਡੇਲੀ ਬੇਸਿਸ 'ਤੇ ਹੋਣੀ ਚਾਹੀਦੀ ਹੈ। ਜਿੱਦਾਂ ਆਪਾਂ 3 ਟਾਈਮ ਖਾਣਾ ਖਾਂਦੇ ਹਾਂ, ਪਸ਼ੂ ਨੂੰ ਦਿਨ 'ਚ ਇੱਕ ਵਾਰੀ ਵੀ ਤੁਸੀਂ ਮਿਨਰਲ ਮਿਕਸਚਰ 40 ਤੋਂ 50 ਗ੍ਰਾਮ ਜਾਂ 60 ਗ੍ਰਾਮ ਜਾਂ ਬੋਡੀ ਵੇਟ ਦੇ ਹਿਸਾਬ ਨਾਲ 80 ਗ੍ਰਾਮ 100 ਗ੍ਰਾਮ ਤੱਕ ਦੇ ਦਿੱਤਾ, ਤਾਂ ਉਹਦੀਆਂ ਜਿਹੜੀਆਂ ਮੈਕਸੀਮਮ ਜਿਹੜੀਆਂ ਕੰਪਲੇਂਟਸ ਨੇ ਜਾਂ ਮੈਕਸੀਮਮ ਜਿਹੜੀਆਂ ਉਹਦੀਆਂ ਡੈਫੀਸ਼ੀਐਂਸੀਜ਼ ਨੇ ਉਹ ਕਵਰ ਕਰ ਜਾਂਦਾ। ਉਹਦੇ 'ਚ 2 ਤਰ੍ਹਾਂ ਦੇ ਮਿਨਰਲਸ ਹੁੰਦੇ ਨੇ, ਮੈਕਰੋ ਮਿਨਰਲਸ ਐਂਡ ਮਾਈਕਰੋ ਮਿਨਰਲਸ, ਜਿਹੜੇ ਬਾਡੀ ਨੂੰ ਆਪਣੇ ਫੰਕਸ਼ਨਸ ਵਾਸਤੇ ਜ਼ਰੂਰੀ ਹੈ। ਫੰਕਸ਼ਨ ਹੁਣ ਕੀ, ਛੋਟਾ ਬੱਚਾ ਉਹਦੀ ਗਰੋਥ ਹੋਣੀ ਹੈ, ਠੀਕ ਹੈ ਜੀ। ਜੇ ਗਰੋਥ ਹੋ ਗਈ ਤਾਂ ਉਹਨੇ ਮਤਲਬ ਬਰੀਡੇਬਲ ਏਜ 'ਚ ਆਉਣਾ, ਬਰੀਡਿੰਗ ਏਜ 'ਚ ਆ ਗਿਆ ਤਾਂ ਉਹਨੇ ਕਨਸੈਪਸ਼ਨ ਹੋਣੀ ਹੈ, ਕਨਸੈਪਸ਼ਨ ਤੋਂ ਬਾਅਦ ਉਹਨੇ ਡਿਲੀਵਰੀ ਦੇਣੀ ਹੈ, ਡਿਲੀਵਰੀ ਤੋਂ ਬਾਅਦ ਉਹਨੇ ਦੁੱਧ ਦੇਣਾ, ਕਿਉਂਕਿ ਦੁੱਧ ਉੱਦਾਂ ਨਹੀਂ ਮਿਲ ਜਾਂਦਾ, ਇਹ ਬੜਾ ਲੰਬਾ ਪ੍ਰੋਸੈਸ ਹੈ। ਆਪਾਂ ਉਹਨੂੰ ਜੰਮਦੀ ਕੱਟੀ ਜਾਂ ਬੱਚੀ ਨੂੰ ਸੰਭਾਲਾਂਗੇ ਤਾਂ ਹੀ ਉਹ ਜਿਹੜੀ ਚੰਗੀ ਗਾਂ ਜਾਂ ਮੱਝ ਬਣੂਗੀ ਦੁੱਧ ਦੇਣ ਵਾਲੀ। ਅੱਛਾ, ਕਨਸੈਪਸ਼ਨ ਦੀ ਵੀ ਗੱਲ ਹੋਈ ਹੈ ਤਾਂ ਇਹਦੇ 'ਤੇ ਵੀ ਆ ਜਾਂਦੇ ਆ। ਸੋ ਇੰਜੈਕਟ ਕਰਕੇ ਉਹਨਾਂ ਨੂੰ ਪ੍ਰੈਗਨੈਂਸ ਕਨਸੀਵ ਕਰਵਾਇਆ ਜਾਂਦਾ ਹੈ ਨਾ। ਸੋ ਕਿੰਨੇ ਆਰਟੀਫੀਸ਼ੀਅਲ ਇਨਸੈਮੀਨੇਸ਼ਨ, ਸੋ ਇਹਨੂੰ ਕਿੰਨੀ ਵਾਰੀ ਅਸੀਂ ਜਿਹੜਾ ਹੈ ਕਨਸੀਵ ਕਰਵਾ ਸਕਦੇ ਹਾਂ? ਜਿੱਦਾਂ ਦੇਖੋ ਆਮ ਤੌਰ 'ਤੇ ਜਿਹੜੀਆਂ ਅੱਜ ਕੱਲ੍ਹ ਦੋਗਲੀਆਂ ਬਹਿਣਾ ਜਾਂ ਜਿਹੜੀਆਂ ਬਲੈਤੀ ਬਹਿਣਾ ਆਪਾਂ ਕਹਿੰਦੇ ਹਾਂ, ਇਹ ਤਕਰੀਬਨ 1.5 ਸਾਲ ਤੱਕ ਮਤਲਬ 18 ਮਹੀਨੇ ਤੱਕ ਇਹ ਆਪਣੀ ਪਿਊਬਰਟੀ ਅਟੇਨ ਕਰ ਲੈਂਦੀਆਂ, 16 ਤੋਂ 18 ਮਹੀਨੇ, ਕਈ ਤਾਂ 12 ਮਹੀਨੇ 'ਚ ਕਰ ਲੈਂਦੇ ਆ ਜੇ ਮੈਨੇਜਮੈਂਟ ਤੁਹਾਡੀ ਪ੍ਰੋਵਾਈਡਡ ਵਧੀਆ ਹੋਵੇ। ਅਤੇ ਉਹ ਮਤਲਬ ਪੌਣੇ 2 ਸਾਲ ਦੀ ਸੂਕ ਪੈਂਦੀ ਆ, ਮਤਲਬ ਬੱਚਾ ਦੇ ਦਿੰਦੀ ਆ, ਤੁਹਾਨੂੰ ਦੁੱਧ ਦੇਣ ਲੱਗ ਪੈਂਦੀ ਆ। ਹੁਣ ਆਪਾਂ ਇਹਦੇ 'ਚੋਂ ਜੇ ਗੱਲ ਆਪਾਂ ਅੱਗੇ ਕੜੀ ਤੋਰੀਏ ਤਾਂ ਇੱਕ ਐਨੀਮਲ ਦਾ ਲਾਈਫ ਸਪੈਨ ਤਾਂ ਫਿਕਸਡ ਹੈ ਨਾ। ਜੇ ਫਰਜ਼ ਕਰੋ ਉਹਨੇ 13 ਸਾਲ ਕੱਢਣੇ ਆ ਜਾਂ 14 ਸਾਲ ਕੱਢਣੇ ਆ ਜਾਂ 16 ਸਾਲ ਕੱਢਣੇ ਆ, ਆਪਾਂ ਇਹ ਬੈਟਰ ਮੈਨੇਜਮੈਂਟ ਨਾਲ ਉਸ ਟਾਈਮ ਪੀਰੀਅਡ ਦੌਰਾਨ ਉਹ ਤੋਂ ਕਿੰਨੇ ਸੂਏ ਜ਼ਿਆਦਾ ਲੈ ਸਕਦੇ। ਜੇ ਆਪਾਂ ਇੰਤਜ਼ਾਰ ਕਰਦੇ ਰਹੀਏ, ਕੋਈ ਨਹੀਂ ਇਹਨੂੰ ਬੱਚੀ ਆ ਮਾੜਾ ਜਿਹਾ ਬੰਨ੍ਹ ਦਿਓ, ਕੋਈ ਨਹੀਂ ਜੂਠ ਮੂਠ ਖਾਈ ਜਾਊਗੀ, ਹੈ ਨਾ, ਅਤੇ ਆਪੇ ਉਹਨੇ ਫਿਰ 4 ਸਾਲ 'ਚ ਜਵਾਨ ਹੋਣਾ, ਠੀਕ ਹੈ ਨਾ। 4 ਸਾਲ 'ਚ ਜਵਾਨ ਹੋਈ ਤਾਂ ਉਹ 2 ਸਾਲ ਜਿਹੜਾ ਗੈਪ ਉਹ ਕਿੱਥੇ ਗਿਆ ਉਹਦਾ। ਤੁਸੀਂ ਉਹਦੀ ਪ੍ਰੋਡਕਸ਼ਨ ਲਾਓ, ਡੇਲੀ ਪ੍ਰੋਡਕਸ਼ਨ, ਐਵਰੇਜ ਪ੍ਰੋਡਕਸ਼ਨ ਆਪਾਂ ਜੇ 10 ਲੀਟਰ ਵੀ ਲਾਈਏ, ਮਿਨੀਮਮ 8 ਲੀਟਰ ਹੀ ਲਾ ਲਓ। ਮੈਂ ਕਹਿੰਦਾ 240-250 ਲੀਟਰ ਦੁੱਧ ਮਹੀਨੇ ਦਾ ਹੋ ਗਿਆ, ਠੀਕ ਹੈ ਜੀ। 250 ਨੂੰ ਆਪਾਂ ਜੇ ਮਿਨੀਮਮ ਵੀ ਉਹਦਾ ਪ੍ਰਾਈਸ ਲੱਗਦਾ ਅਤੇ ਜੇ ਆਪਾਂ 30 ਰੁਪਏ ਲਾ ਲੈਂਦੇ, ਚਲੋ ਇੱਕ ਇਕਨੋਮਿਕਸ ਦੀ ਗੱਲ ਕਰਨਾ, 7500 ਰੁਪਇਆ ਮਹੀਨੇ ਦਾ ਹੋ ਗਿਆ। ਸਾਲ ਦਾ ਕੈਲਕੂਲੇਟ ਕਰੋ, ਫਿਰ ਉਹ 2 ਸਾਲ ਦਾ ਕੈਲਕੂਲੇਟ ਕਰੋ, ਕਈ 5 ਸਾਲ ਤੱਕ ਇਹ ਕੰਮ ਚੱਲਦਾ ਰਹਿੰਦਾ। ਤੁਸੀਂ ਦੇਖੋ ਆਪਾਂ ਕਿੰਨੇ ਲੋਸ ਜਾ ਰਹੇ ਹਾਂ। ਸਿਰਫ ਇਹ ਕਿ ਆਪਾਂ ਬੈਟਰ ਮੈਨੇਜਮੈਂਟ ਨਹੀਂ ਕੀਤੀ। ਮੈਨੇਜਮੈਂਟ ਲਈ ਆਪਾਂ ਨੂੰ ਇਹ ਨਸਲ ਵੀ ਜ਼ਰੂਰੀ ਆ, ਠੀਕ ਹੈ ਜੀ। ਨਸਲ ਵਧੀਆ ਹੋਵੇ, ਫਿਰ ਉਹਦੀ ਮੈਨੇਜਮੈਂਟ ਵਧੀਆ ਹੋਵੇ। ਜਿਹੜੀ ਤੁਸੀਂ ਆਰਟੀਫਿਸ਼ੀਅਲ ਇਨਸੈਮੀਨੇਸ਼ਨ ਦੀ ਗੱਲ ਕੀਤੀ ਆ, ਇਹ ਅਸੀਂ ਪ੍ਰੋਗਰਾਮ ਸਟਾਰਟ ਕੀਤਾ 70s, ਲੇਟ 70s ਦੇ ਵਿੱਚ ਡਿਪਾਰਟਮੈਂਟ ਵੱਲੋਂ, ਅਰਲੀ 70s ਸੌਰੀ, ਕਿਉਂਕਿ ਜਦੋਂ ਆਪਾਂ ਦੇਖਿਆ ਕਿ ਆਪਣੀ ਜਿਹੜੀ ਲੋਕਲ ਬਰੀਡ ਹੈ ਉਹ ਸਾਲ 'ਚ 3 ਜਾਂ 3-4 ਕਿਲੋ ਦੁੱਧ ਦੀ ਪ੍ਰੋਡਕਸ਼ਨ ਦਾ ਲੈਵਲ 6-7 ਕਿਲੋ ਔਰ 6-7 ਮਹੀਨੇ ਦੁੱਧ ਦੇ ਕੇ ਉਹ ਹਟ ਜਾਂਦੀ ਹੈ। ਇਸ ਕਰਕੇ ਜਦੋਂ ਫਿਰ ਸਾਇੰਟੀਫਿਕ ਲੈਵਲ 'ਤੇ ਜਦੋਂ ਵਰਲਡ ਲੈਵਲ 'ਤੇ ਡਿਸਕਸ਼ਨਸ ਹੁੰਦੀਆਂ, ਫਿਰ ਬੰਦਾ ਦੇਖਦਾ ਜੀ, ਕਿਉਂਕਿ ਆਪਾਂ ਡਿਵੈਲਪਿੰਗ ਕੰਟਰੀ ਹਾਂ, ਡਿਵੈਲਪ ਕੰਟਰੀਆਂ ਵਿੱਚ ਕੀ ਕਰ ਰਹੀਆਂ,
ਫਿਰ ਉਹਨਾਂ ਨੇ ਦੇਖਿਆ ਉਹਨਾਂ ਨੇ ਕਿੰਨੀਆਂ ਵਧੀਆ ਬਰੀਡਸ ਇਸਟੈਬਲਿਸ਼ ਕੀਤੀਆਂ ਉਹਨਾਂ ਨੇ। ਫਿਰ ਉਹਨਾਂ ਦਾ ਜਰਮ ਪਲਾਜ਼ਮ ਮੰਗਾਇਆ ਗਿਆ, ਉਸ ਜਰਮ ਪਲਾਜ਼ਮ ਨਾਲ ਲੋਕਲ ਬਰੀਡਸ ਨੂੰ ਕ੍ਰੋਸ ਕਰਦੇ ਅੱਜ ਅਸੀਂ ਮਤਲਬ ਇਸ ਲੈਵਲ ਤੇ ਪਹੁੰਚ ਗਏ ਹਾਂ ਵੀ ਸਾਡੀ ਲਾਸਟ ਚੈਂਪੀਅਨਸ਼ਿਪ 'ਚ ਇੱਕ ਗਾਂ ਨੇ 72 ਲੀਟਰਸ ਪਰ ਡੇ, ਹਾਂ 72 ਲੀਟਰ ਦਾ ਰਿਕਾਰਡ ਉਹਨੇ ਕਾਇਮ ਕੀਤਾ ਵੀ ਪਰ ਡੇ ਉਹਨੇ ਦੁੱਧ ਦਿੱਤਾ। ਹਾਂਜੀ, ਪਰ ਹੁਣ ਤੁਸੀਂ ਉਹ ਦੇਖੋ ਕਿ ਉਹ 72 ਲੀਟਰ ਕਰਨ ਤੱਕ ਪਹੁੰਚਾਉਣ ਵਾਸਤੇ ਉਸ ਫਾਰਮਰ ਦੀ ਕਿੰਨੀ ਮਿਹਨਤ ਲੱਗੀ ਹੋਊਗੀ, ਕਿੰਨਾ ਉਹ ਮਤਲਬ ਬੱਚਿਆਂ ਵਾਂਗੂ ਉਹਨਾਂ ਨੂੰ ਸਾਂਭਿਆ ਹੋਊਗਾ। ਅੱਛਾ ਡਾਕਟਰ ਸਾਹਿਬ, ਜੇਕਰ ਇਹਨਾਂ ਪਸ਼ੂਆਂ ਵੱਲ ਜਾਈਏ ਤਾਂ ਇਹਨਾਂ ਦੀਆਂ ਇੰਸ਼ੋਰੈਂਸਿਸ ਬਾਰੇ ਔਰ ਸਕੀਮਸ, ਜਿਹੜੇ ਲੋਕ ਘੱਟ ਜਾਗਰੂਕ ਨੇ ਹੈ ਨਾ, ਸੋ ਇਹਨਾਂ ਦੀਆਂ ਇੰਸ਼ੋਰੈਂਸ ਔਰ ਸਕੀਮਸ ਬਾਰੇ ਵੀ ਅਸੀਂ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ। ਦੇਖੋ ਇੰਸ਼ੋਰੈਂਸ ਜਿਹੜੀ ਹੈ ਨਾ, ਇਹ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ। ਗਵਰਨਮੈਂਟ ਚਾਹੁੰਦੀ ਆ ਵੀ ਜਿਹੜਾ ਐਂਡ ਯੂਜ਼ਰ ਫਾਰਮਰ ਹੈ ਉਹਨੂੰ ਜੇ ਕੋਈ ਰੱਬ ਨਾ ਕਰੇ ਕੋਈ ਕਲੈਮਿਟੀ ਹੋ ਜਾਏ ਜਾਂ ਉਹਦਾ ਕੋਈ ਟ੍ਰੀਟਮੈਂਟ ਦੇ ਦੌਰਾਨ ਉਹਦਾ ਕੋਈ ਜਾਨਵਰ ਦਾ ਨੁਕਸਾਨ ਹੋ ਜਾਏ ਤੇ ਉਹਨੂੰ ਘੱਟ ਤੋਂ ਘੱਟ ਮਤਲਬ ਉਹਦੇ 'ਤੇ ਬਰਡਨ ਪਵੇ ਤਾਂ ਕਿ ਉਹਦੇ ਇੰਸ਼ੋਰੈਂਸ ਦਾ ਕਲੇਮ ਮਿਲ ਜਾਏ। ਦੇਖੋ ਐਨੀਮਲ ਤਾਂ ਰਿਪਲੇਸ ਨਹੀਂ ਕੀਤਾ ਜਾ ਸਕਦਾ, ਠੀਕ ਹੈ ਨਾ, ਨਵਾਂ ਐਨੀਮਲ ਉਹਨੂੰ ਲੈਣਾ ਹੀ ਪਊਗਾ, ਪਰ ਉਹਨੂੰ ਥੋੜ੍ਹਾ ਇੱਕ ਜਿੱਦਾਂ ਕਹਿੰਦੇ ਸ਼ੌਕ ਅਬਜ਼ੋਰਬਰ ਦੇ ਤੌਰ 'ਤੇ ਇੰਸ਼ੋਰੈਂਸ ਦਾ ਪ੍ਰੀਮੀਅਮ ਮਿਲ ਜਾਏ ਜਾਂ ਕਲੇਮ ਮਿਲ ਜਾਏ ਕਲੇਮ ਮਿਲ ਜਾਏ ਤਾਂ ਉਹ ਉਸ ਪ੍ਰੀਮੀਅਮ 'ਚ ਉਸ ਕਲੇਮ 'ਚ ਅਮਾਊਂਟ 'ਚ ਥੋੜ੍ਹਾ ਹੋਰ ਅਮਾਊਂਟ ਪਾ ਕੇ ਐਨੀਮਲ ਨਵਾਂ ਲੈ ਸਕਦਾ, ਉਹਦੇ ਕੰਮਕਾਜ ਨੂੰ ਢਾਹ ਨਹੀਂ ਲੱਗੂਗੀ। ਇਹ ਇੰਸ਼ੋਰੈਂਸ ਦੀ ਜਿਹੜੀਆਂ ਇਸ ਵੇਲੇ ਗਵਰਨਮੈਂਟ ਜਿੱਦਾਂ ਹੁਣ ਟੇਕ ਓਵਰ ਕੀਤਾ ਔਰ ਸਾਲ ਵੀ ਨਵਾਂ ਸ਼ੁਰੂ ਹੋਇਆ, ਸਾਡੇ ਮਿਨਿਸਟਰ ਸਾਹਿਬ ਬੜੇ ਇਸ ਗੱਲ 'ਤੇ ਈਗਰ ਨੇ ਕਿ ਜਿਹੜੀ ਪਹਿਲੀ ਮੀਟਿੰਗ 'ਚ ਉਹਨਾਂ ਨੇ ਕਿਹਾ ਵੀ ਇੰਸ਼ੋਰੈਂਸ ਵਾਸਤੇ ਅਸੀਂ ਜਲਦ ਤੋਂ ਜਲਦ ਪਾਲਿਸੀ ਬਣਾਵਾਂਗੇ, ਕਿਉਂਕਿ ਇਹਦੇ ਵਾਸਤੇ ਫਿਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਹਾਇਰ ਕਰਨਾ ਪੈਂਦਾ, ਉਹਦੇ 'ਚ ਵੀ ਮੋਸਟਲੀ ਇਹ ਹੁੰਦਾ ਵੀ ਜਿਹੜਾ ਫਾਰਮਰ ਫਰੈਂਡਲੀ ਪਾਲਿਸੀ ਬਣਾਈ ਜਾਂਦੀ ਆ। ਫਾਰਮਰ ਫਰੈਂਡਲੀ ਪਾਲਿਸੀ ਇਸ ਤਰ੍ਹਾਂ ਕਹਿ ਸਕਦੇ ਆਪਾਂ ਵੀ ਜਿਹੜਾ ਪ੍ਰੀਮੀਅਮ ਵੀ ਦੇਣਾ ਨਾ, ਉਹਦੇ ਵਿੱਚ ਵੀ ਜਿਹੜਾ ਲਾਇਨਸ ਸ਼ੇਅਰ is paid by government and partly amount is paid by the farmer or owner of the animal। ਫਿਰ ਉਹਦੇ 'ਚ ਵੀ ਕਿਉਂਕਿ ਸਬਸਿਡੀ ਆ, ਇਸ ਕਰਕੇ ਫਿਰ ਉਹਦੀ ਥੋੜ੍ਹੀ ਰਿਸਟ੍ਰਿਕਸ਼ਨ ਹੋ ਜਾਂਦੀਆਂ ਵੀ ਇੱਕ ਫਾਰਮਰ ਦੇ ਕਿੰਨੇ ਐਨੀਮਲ ਤੁਸੀਂ ਮਤਲਬ ਇੰਸ਼ੋਰ ਕਰ ਸਕਦੇ ਹੋ, ਕਿਉਂਕਿ ਸਬਸਿਡੀ ਦਾ ਮਤਲਬ ਹੁੰਦਾ ਵੀ ਜਿਹੜਾ ਲਾਰਜ ਪੈਰਾਫਿਨੇਰੀਆ ਉਹ ਸਾਰਿਆਂ ਤੱਕ ਸਬਸਿਡੀ ਪਹੁੰਚੇ, ਕਿਉਂਕਿ ਜੇ ਉਹ ਉੱਦਾਂ ਕਰਾਉਣਾ ਚਾਹਵੇ ਤਾਂ ਇੰਸ਼ੋਰੈਂਸ ਦਾ ਪ੍ਰੀਮੀਅਮ ਬਹੁਤ ਮਹਿੰਗਾ, ਕਿਉਂਕਿ ਕਈ ਬੰਦੇ ਜਿਹੜੇ ਐਡਵਾਂਸ ਫਾਰਮਿੰਗ ਕਰਦੇ ਆ ਉਹ ਨੈਚੁਰਲੀ ਉਹਨਾਂ ਕੋਲ ਤਕਰੀਬਨ ਲੱਖ ਰੁਪਏ ਤੱਕ ਦੇ ਜਾਨਵਰ ਹੈਗੇ ਆ, ਮੋਰ ਦੈਨ 1 ਲੱਖ ਵੀ ਹੈਗੇ ਪ੍ਰਾਈਸ ਐਨੀਮਲ, ਜਿੱਦਾਂ ਦੱਸਿਆ ਮੈਂ, ਜਿਹੜੇ 40 45 50 ਕਿਲੋ ਦੁੱਧ ਵਾਲੇ ਆ, ਤੇ ਉਹਨਾਂ ਦਾ ਫਿਰ ਨੈਚੁਰਲੀ ਰੱਖ ਰਖਾਓ ਦਾ ਉਹ ਜੇ ਇੱਕ ਜਾਨਵਰ ਤੁਹਾਡਾ ਇੱਦਾਂ ਸਮਝੋ ਰੱਬ ਨਾ ਕਰੇ ਨੁਕਸਾਨ ਹੋ ਗਿਆ ਤਾਂ 1 ਲੱਖ ਤਾਂ ਉਹਦਾ ਹੋ ਗਿਆ, ਫਿਰ 1 ਲੱਖ ਉਹਨੂੰ ਹੋਰ ਪਾ ਕੇ ਨਵਾਂ ਜਾਨਵਰ ਲੈਣਾ ਪਊਗਾ, ਉਹਦਾ 2-2.5 ਲੱਖ ਦਾ ਨੁਕਸਾਨ ਹੋ ਜਾਊਗਾ। ਇਸ ਕਰਕੇ ਉਹ ਆਪਣੇ ਲੈਵਲ 'ਤੇ ਹੀ ਕਈ ਵਾਰੀ ਇੰਸ਼ੋਰੈਂਸ ਕਰਵਾ ਲੈਂਦੇ ਆ। ਅੱਜ ਕੱਲ੍ਹ ਤਾਂ ਇੰਸ਼ੋਰੈਂਸ ਕੰਪਨੀਆਂ ਜਿੱਦਾਂ ਬਾਈਕਸ ਦੀਆਂ 3-3 ਸਾਲ ਦੀਆਂ ਹੋ ਜਾਂਦੀਆਂ, ਉਹ 3-3 ਸਾਲ ਦਾ ਇਕੱਠਾ ਕਵਰ ਦੇ ਦਿੰਦੇ ਐਨੀਮਲ ਨੂੰ, ਡਿਪੈਂਡ ਕਰਦਾ ਵੀ ਉਹ ਦੇਖਦੇ ਆ ਵੀ ਤੁਹਾਡੀ ਮੈਨੇਜਮੈਂਟ ਕਿਸ ਤਰ੍ਹਾਂ ਦੀ ਆ, ਪਲੱਸ ਤੁਹਾਡੀ ਜਿਹੜਾ ਜਾਨਵਰ ਦਾ ਸਾਂਭ ਸੰਭਾਲ ਕਿੱਦਾਂ ਦਾ, ਔਰ ਕਲੇਮ ਦੀ ਜਿਹੜੀ ਆ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਆਉਂਦੀ। ਇਫ ਇਟ ਇਜ਼ ਜੈਨੂਇਨ ਦੈਨ ਇਟ ਇਜ਼ ਔਨਰਡ। ਸੋ ਤੁਸੀਂ ਜਾਣਿਆ ਡਾਕਟਰ ਅਨਿਲ ਕੁਮਾਰ ਹੋਣਾ ਕੋਲੋਂ ਕਿ ਕਿਵੇਂ ਮੌਸਮ ਦੇ ਹਿਸਾਬ ਦੇ ਨਾਲ ਪਸ਼ੂਆਂ ਦੀ ਦੇਖਭਾਲ ਕੀਤੀ ਜਾ ਸਕਦੀ ਹੈ ਔਰ ਕਿਹੜੀ ਘਾਤਕ ਬਿਮਾਰੀ ਦੇ ਨਾਲ ਪਸ਼ੂ ਦੀ ਜ਼ਿੰਦਗੀ ਤੇ ਜਿਹੜਾ ਹੈ ਮੁਸੀਬਤ ਬਣ ਆਉਂਦੀ ਹੈ। ਸੋ ਡਾਕਟਰ ਅਨਿਲ ਜੀ ਬਹੁਤ ਬਹੁਤ ਧੰਨਵਾਦ ਇਹ ਸੋਹਣੀ ਜਾਣਕਾਰੀ ਸਾਂਝਾ ਕਰਨ। ਥੈਂਕ ਯੂ ਜੀ, ਤੁਹਾਡਾ ਵੀ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ। ਥੈਂਕ ਯੂ ਵੈਰੀ ਮਚ। ਸੋ ਤੁਸੀਂ ਡਾਕਟਰ ਅਨਿਲ ਕੁਮਾਰ ਹੋਣਾ ਦੇ ਵਿਚਾਰ ਅਤੇ ਉਹਨਾਂ ਦੀ ਜਾਣਕਾਰੀ ਜੋ ਹੈ ਲਈ ਹੈ। ਇਸੇ ਦੇ ਨਾਲ ਹੁਣ ਫਿਲਹਾਲ ਦੇ ਲਈ ਇੰਨਾ ਹੀ। ਕੈਮਰਾਮੈਨ ਰਵਿੰਦਰ ਦੇ ਨਾਲ ਮੈਂ ਅਮਨਦੀਪ, ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।